ਆਪਣੇ ਪ੍ਰਧਾਨ ਸਾਹਿਬ ਹੋਣਗੇ ਜਿਹੜਾ ਬੀਜੇਪੀ ਨਾਲੋਂ ਅਸੀਂ 1 ਸੈਕਿੰਡ ਤੋਂ ਪਹਿਲਾਂ ਨਾਤਾ ਤੋੜ ਦਾਂਗੇ ਜੀ। ਇਹ ਮੇਰੀ ਗਰੰਟੀ ਹੈ ਇਸ ਚੀਜ਼ ਦੀ। ਕੋਈ ਤਾਂ ਕਾਂਗਰਸ ਪਾਰਟੀ ਦੇ ਵਿੱਚ ਮਰਦ ਜੰਮਿਆ ਜਿਹੜਾ ਸੱਚੀ ਗੱਲ ਨੂੰ ਕਹਿ ਕੇ ਉਹਨਾਂ ਨੇ ਇਹਨਾਂ ਦੀ ਸਾਰਿਆਂ ਦੀ ਮੰਜੀ ਠੋਕੀ ਆ। ਕੀ ਬਾਦਲ ਪਰਿਵਾਰ ਨੇ ਕਦੇ ਪਾਵਰ ਨਹੀਂ ਦੇਖੀ? ਇਹ ਮਤਲਬ ਕਿ ਪਹਿਲੀ ਵਾਰੀ ਮਿਨਿਸਟਰੀ ਮਿਲੀ ਆ। ਕਾਂਗਰਸ ਦਾ ਯੂਥ ਦਾ ਆਲ ਇੰਡੀਆ ਦਾ ਪ੍ਰਧਾਨ ਜੀ, ਰਾਹੁਲ ਗਾਂਧੀ ਦਾ ਰਾਈਟ ਹੈਂਡ ਮੈਨ ਜੀ, ਤੇ ਦਿਲ ਚਿੜੀ ਦੇ ਬੱਚੇ ਜਿੱਡਾ। ਕਿਉਂਕਿ ਸੰਗਰੂਰ ਡਿਸਟ੍ਰਿਕਟ ਦੇ ਵਿੱਚ ਢੀਂਡਸਾ ਸਾਹਿਬ ਕਦੇ ਆਪ ਹੀ ਨਹੀਂ ਜਿੱਤੇ ਸੀ ਜੀ ਤੇ ਜਿਹੜੇ ਆਪਦੇ ਬੰਦੇ ਖੜੇ ਕਰਨਗੇ ਉਹਨਾਂ ਨੂੰ ਕਿੱਥੇ ਜਿਤਾ ਲੈਣਗੇ। ਤੇ ਬੱਸਾਂ ਨੂੰ ਲੈ ਕੇ ਬੜਾ ਵਿਵਾਦ ਚੱਲਦਾ ਤੁਹਾਡੇ ਵਿੱਚ ਤੇ ਰਾਜਾ ਵੜਿੰਗ ਫੈਮਿਲੀ ਦੇ ਵਿੱਚ, ਹਨਾ ਜੀ। ਬਾਦਲ ਸਾਹਿਬ ਕੋਲੇ ਆਫਰ ਆਈ ਸੀ ਇੰਦਰਾ ਗਾਂਧੀ ਜੀ ਦੀ ਵੀ ਤੁਸੀਂ ਸਾਰੀ ਉਮਰ ਪੰਜਾਬ ਸੰਭਾਲ ਲਓ। ਦੀ ਜਿਹੜੇ ਇੱਥੋਂ ਦਾ ਐਮਐਲਏ ਆ ਉਹਦੀ ਜ਼ਮੀਨ ਜਾਇਦਾਦ ਤੁਸੀਂ ਚੈੱਕ ਕਰ ਲਓ। 60 ਕਿੱਲੇ ਜ਼ਮੀਨ ਆਉਂਦੀ ਆ ਜੀ ਉਹਨੂੰ ਜੀ ਉਹਦੇ ਜੱਦੀ ਪਿੰਡ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ, ਮੈਂ ਰਤਨਦੀਪ ਸਿੰਘ ਢਾਲੀਵਾਲ ਤੇ ਤੁਸੀਂ ਦੇਖ ਰਹੇ ਹੋ ਆਰਐਮਬੀ ਟੈਲੀਵਿਜ਼ਨ। ਤੁਹਾਨੂੰ ਪਤਾਗਾ ਜੇ ਗੱਲ ਕਰਦੇ ਆਪਾਂ ਸ਼੍ਰੋਮਣੀ ਅਕਾਲੀ ਦਲ ਦੀ, ਚਾਹੇ ਆਪਾਂ ਗੱਲ ਕਰਦੇ ਹਾਂ ਕਾਂਗਰਸ ਦੀ ਜਾਂ ਫਿਰ ਗੱਲ ਕਰਦੇ ਹਾਂ ਆਮ ਆਦਮੀ ਪਾਰਟੀ ਦੀ, ਸਾਰੇ ਇੱਕੋ ਹੀ ਲਾਈਨ ਤੇ ਆ ਵੀ 2022 ਦੇ ਵਿੱਚ ਸਾਡੀ ਸਰਕਾਰ ਆਵੇ। ਚਰਚਾ ਸ਼ੁਰੂ ਹੋ ਚੁੱਕੀ ਆ, ਵੋਟਾਂ ਦੀ ਰਣਨੀਤੀ ਵੀ ਤਿਆਰ ਆ ਤੇ ਆਪਸੀ ਖਿੱਚੋਤਾਣ ਵੀ ਜਾਰੀ ਆ। ਕੋਈ ਪਾਰਟੀ ਛੱਡ ਕੇ ਜਾ ਰਿਹਾ ਹੈਗਾ, ਕੋਈ ਪਾਰਟੀ ਦੇ ਵਿੱਚ ਵਾਪਸ ਆ ਰਿਹਾ ਹੈਗਾ। ਇਸੇ ਦੇ ਚੱਲਦਿਆਂ ਅੱਜ ਸਾਡੇ ਨਾਲ ਸਾਡੇ ਖਾਸ ਮਹਿਮਾਨ ਹੋਣਗੇ ਗਿੱਦੜਬਾਹਾ ਹਲਕੇ ਤੋਂ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਦੇ ਸਰਦਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਜੀ। ਢਿੱਲੋਂ ਸਾਹਿਬ ਤੁਹਾਡਾ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਸਾਰੇ ਸਰੋਤਿਆਂ ਨੂੰ, ਆਰਐਮਬੀ ਦੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਢਿੱਲੋਂ ਸਾਹਿਬ ਜੇ ਆਪਾਂ ਗੱਲ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਦੀ, ਜੀ ਤੁਸੀਂ ਸਮਝਦੇ ਹੋ ਵੀ ਸ਼੍ਰੋਮਣੀ ਅਕਾਲੀ ਦਲ ਉੱਦਾਂ ਦਾ ਹੈਗਾਗਾ ਜਿੱਦਾਂ ਦਾ ਪਿਛਲੀ ਸਰਕਾਰ ਵੇਲੇ ਸੀ? ਕਿਉਂਕਿ ਬੜਾ ਬਦਲਾਅ ਆ ਗਿਆ। ਢੀਂਡਸਾ ਸਾਹਿਬ ਅਲੱਗ ਹੋ ਚੁੱਕੇ ਨੇ, ਇੱਕ ਵੱਡੇ ਦਰਖਤ ਨਾਲ ਉਹ ਟਾਹਣਾ ਅਲੱਗ ਹੋ ਚੁੱਕਿਆ ਹੈਗਾ। ਜਿਹੜੇ ਬੜੇ ਲੰਬੇ ਸਮੇਂ ਜਿਹੜਿਆਂ ਨੇ ਜੇਲ੍ਹਾਂ ਵੀ ਇਕੱਠਿਆਂ ਨੇ ਕੱਟੀਆਂ ਤੇ ਹੁਣ ਅਲੱਗ ਹੋ ਚੁੱਕੇ ਨੇ। ਨੌਜਵਾਨ ਖੂਨ ਉਹਨਾਂ ਦੇ ਬੇਟੇ ਪਰਮਿੰਦਰ ਸਿੰਘ ਢੀਂਡਸਾ ਉਹ ਵੀ ਅਲੱਗ ਹੋ ਚੁੱਕੇ ਨੇ। ਜਿਹੜੇ ਟਕਸਾਲੀ ਅਕਾਲੀ ਦਲ ਦੀ ਗੱਲ ਕਰਦੇ ਆ ਉਹਨਾਂ ਨੇ ਇੱਕ ਅਲੱਗ ਪਾਰਟੀ ਬਣਾ ਲਈ। ਤੁਸੀਂ ਕਿੱਦਾਂ ਦੇਖਦੇ ਹੋ ਸ਼੍ਰੋਮਣੀ ਅਕਾਲੀ ਦਲ ਦਾ ਭਵਿੱਖ, ਖਾਸ ਕਰਕੇ 2022 ਦੇ ਵਿੱਚ ਕਿੱਦਾਂ ਦਾ ਦੇਖ ਰਹੇ ਹੋ? ਜੇ ਆਪਾਂ ਗੱਲ ਕਰੀਏ ਢੀਂਡਸਾ ਸਾਹਿਬ ਦੀ ਤਾਂ ਜਿੱਥੋਂ ਤੱਕ ਮੈਨੂੰ ਨੌਲੇਜ ਆ ਜੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ, ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਨੇ ਬੜਾ ਮਾਣ ਸਨਮਾਨ ਦਿੱਤਾ ਢੀਂਡਸਾ ਸਾਹਿਬ ਨੂੰ ਜੀ। ਬੜਾ ਕਦੇ ਕਿਸੇ ਵੀ ਮੌਕੇ ਇਹਨਾਂ ਦੀ ਗੱਲ ਨਹੀਂ ਉਹਨਾਂ ਨੇ ਉਲਟਾਈ। ਜੋ ਢੀਂਡਸਾ ਸਾਹਿਬ ਨੇ ਕਿਹਾ ਉਹੀ ਬਾਦਲ ਸਾਹਿਬ ਨੇ ਕੀਤਾ। ਤੁਸੀਂ ਦੇਖੋ ਖੁਦ ਢੀਂਡਸਾ ਸਾਹਿਬ ਹਰ ਵਾਰੀ ਐਮਪੀ ਹਾਰਦੇ ਇਹ ਉਹਨਾਂ ਨੂੰ ਰਾਜ ਸਭਾ ਦੇ ਵਿੱਚ ਭੇਜ ਦਿੰਦੇ। ਇੱਥੋਂ ਤੱਕ ਕਿ ਆਮ ਆਦਮੀ ਪਾਰਟੀ ਵਾਲੇ ਵੀ ਕਹਿੰਦੇ ਸੀ ਵੀ ਮੈਂ ਹਰਾ ਕੇ ਹਜੇ ਭਵਾਨੀਗੜ੍ਹ ਨਹੀਂ ਟੱਪਿਆ ਹੁੰਦਾ ਸੀ ਤੇ ਇਹਨਾਂ ਨੂੰ ਰਾਜ ਸਭਾ ਦੀ ਪੌੜੀ ਚੜ੍ਹਾ ਦਿੰਦੇ ਸੀ। ਫਿਰ ਉਸ ਤੋਂ ਬਾਅਦ ਬੇਟੇ ਨੇ ਐਕਤੀ, ਇਹਨਾਂ ਦਾ ਬੇਟਾ ਜਿੱਦਾਂ ਨਹੀਂ ਸੀ ਪਰਮਿੰਦਰ ਜੀ, ਇਹਨਾਂ ਨੇ ਆਪਦੀ ਟਿਕਟ ਬਦਲ ਕੇ ਲਹਿਰੇ ਗਾਗੇ ਗਏ, ਉੱਥੋਂ ਜਿੱਤੇ। ਸਨਾਮ ਤੋਂ ਜਿੱਤੇ ਨਹੀਂ ਸੀ ਇਹ, ਉਹ ਬਦਲ ਕੇ ਦਿੱਤੀ। ਫਿਰ ਇਹਨਾਂ ਨੇ ਆਪਦੇ ਜਵਾਈ ਦੀ ਡਿਮਾਂਡ ਰੱਖੀ ਜੀ, ਉਹਨਾਂ ਨੂੰ ਆਪਣਾ ਮੁਹਾਲੀ ਤੋਂ ਟਿਕਟ ਦਿੱਤੀ। ਮੈਨੂੰ ਇਹ ਲੱਗਦਾ ਵੀ ਢੀਂਡਸਾ ਸਾਹਿਬ ਦੇ ਪਿੱਛੇ ਕੋਈ ਨਾ ਕੋਈ ਸਾਜ਼ਿਸ਼ ਚੱਲ ਰਹੀ ਆ ਜਿਸ ਕਰਕੇ ਇਹਨਾਂ ਨੇ ਪਾਰਟੀ ਛੱਡੀ ਆ। ਕਿਉਂਕਿ ਅਦਰਵਾਈਜ਼ ਕੋਈ ਮਾਨ ਸਤਿਕਾਰ ਦਾ ਕੋਈ ਮਤਲਬ ਕਿ ਪਾਰਟੀ ਦੇ ਵਿੱਚ ਕੋਈ ਕਮੀ ਨਹੀਂ ਸੀ ਇਹਨਾਂ ਦੀ ਕਿਸੇ ਕਿਸਮ ਦੀ, ਜਾਂ ਕੋਈ ਐਸੀ ਗੱਲ ਨਹੀਂ ਜੋ ਇਹ ਕਹਿ ਰਹੇ ਆ ਜੀ। ਪਰ ਦੇਖੋ ਕੋਈ ਵੀ ਐਡਾ ਵੱਡਾ ਟਾਹਣਾ ਪਾਰਟੀ ਨੂੰ ਟੁੱਟ ਕੇ ਜਾਂਦਾ ਜੀ, ਥੋੜਾ ਬਹੁਤਾ ਪਾਰਟੀ ਨੂੰ ਫਰਕ ਪੈਂਦਾ। ਪਰ ਸਾਡੀ ਇਹ ਪਾਰਟੀ ਦੀ ਖੁਸ਼ਕਿਸਮਤੀ ਮੈਂ ਤਾਂ ਇਹ ਸਮਝੂੰਗਾ ਕਿ ਢੀਂਡਸਾ ਸਾਹਿਬ ਇਹ ਐਕਸ਼ਨ 1.5 ਪੌਣੇ 2 ਸਾਲ ਇਹਨਾਂ ਨੇ ਪਹਿਲਾਂ ਲੈ ਲਿਆ ਜੀ, ਤੇ ਪਾਰਟੀ ਨੂੰ ਸਾਂਭਣ ਦਾ ਸੰਭਾਲਣ ਦਾ ਸਾਨੂੰ ਬੜਾ ਪੌਣੇ 2 ਸਾਲ ਸਾਨੂੰ ਮਿਲ ਗਏ ਜੀ, ਔਰ ਬੜੇ ਆਰਾਮ ਨਾਲ ਅਸੀਂ ਇਸ ਚੀਜ਼ ਨੂੰ ਕਵਰ ਅਪ ਕਰ ਲਾਂਗੇ ਜੀ। ਕੋਈ ਪ੍ਰੋਬਲਮ ਨਹੀਂ ਆਉਣੀ ਕਿਉਂਕਿ ਸੰਗਰੂਰ ਡਿਸਟ੍ਰਿਕਟ ਦੇ ਵਿੱਚ ਢੀਂਡਸਾ ਸਾਹਿਬ ਕਦੇ ਆਪ ਹੀ ਨਹੀਂ ਜਿੱਤੇ ਸੀ ਜੀ ਤੇ ਜਿਹੜੇ ਆਪਦੇ ਬੰਦੇ ਖੜੇ ਕਰਨਗੇ ਉਹਨਾਂ ਨੂੰ ਕਿੱਥੇ ਜਿਤਾ ਲੈਣਗੇ। ਤੇ ਅਕਸਰ ਹਰੇਕ ਥਾਂ ਤੇ ਇਹ ਗੱਲ ਕਹਿੰਦੇ ਆ ਢੀਂਡਸਾ ਸਾਹਿਬ ਵੀ ਮੇਰਾ ਤਾਂ ਜਿੱਤਣ ਦਾ ਕੋਈ ਮਕਸਦ ਹੀ, ਮੈਂ ਤਾਂ ਇਹਨਾਂ ਨੂੰ ਹਰਾਉਣਾ ਜੀ।
ਇਸ ਤਰ੍ਹਾਂ ਤਾਂ ਕਦੇ ਵੋਟ ਨਹੀਂ ਪੈਂਦੀ ਜੀ। ਜੀ ਢਿੱਲੋਂ ਸਾਹਿਬ, ਤੁਸੀਂ ਸਾਜ਼ਿਸ਼ ਦੀ ਗੱਲ ਕਰੀ ਆ, ਤੁਹਾਨੂੰ ਲੱਗਦਾ ਵੀ ਲੋਕਾਂ ਦੇ ਵਿੱਚ ਆਮ ਇਹ ਰਾਏ ਬਣਦੀ ਜਾਂਦੀ ਹੈ ਜਾਂ ਤਾਂ ਇਹ ਸਾਜ਼ਿਸ਼ ਬੀਜੇਪੀ ਦੀ ਆ ਜਾਂ ਫਿਰ ਟਕਸਾਲੀਆਂ ਦੀ? ਤੁਹਾਨੂੰ ਕੀ ਲੱਗਦਾ, ਤੁਸੀਂ ਪੁਆਇੰਟ ਕਰਨਾ ਚਾਹੋਗੇ? ਨਹੀਂ, ਮੈਂ ਇਸ ਗੱਲ ਤੇ ਕੋਈ ਪੁਆਇੰਟ ਨਹੀਂ ਕਰਨਾ ਚਾਹੂੰਗਾ ਜੀ, ਪਰ ਹੈ ਜ਼ਰੂਰ ਇਹਨਾਂ ਦੇ ਪਿੱਛੇ ਆਪਣਾ ਕੋਈ ਨਾ ਕੋਈ, ਇਹ ਅੱਜ ਨਹੀਂ ਤਾਂ ਸਵੇਰੇ ਨਹੀਂ ਤਾਂ ਪਰਸੋਂ ਇਹ ਗੱਲ ਇੱਕ ਦਿਨ ਸਾਹਮਣੇ ਆਊਗੀ, ਕਿਉਂਕਿ ਇਕੱਲੇ ਐਡਾ ਵੱਡਾ ਸਟੈਪ ਨਹੀਂ ਚੱਕ ਸਕਦੇ ਸੀ, ਇਹ ਸਾਨੂੰ ਪਤਾ ਇਹਨਾਂ ਦਾ, ਢੀਂਡਸਾ ਸਾਹਿਬ ਦਾ। ਬੀਜੇਪੀ ਨਾਲ ਸ਼੍ਰੋਮਣੀ ਅਕਾਲੀ ਦਲ ਖੜੂਗੀ ਕਿ ਸ਼੍ਰੋਮਣੀ ਅਕਾਲੀ ਦਲ ਨਾਲ ਬੀਜੇਪੀ ਖੜੂਗਾ? ਦੇਖੋ ਜੀ, ਅੱਜ ਤੱਕ ਦੀ ਹਿਸਟਰੀ ਤਾਂ ਇਹ ਆ, ਬੀਜੇਪੀ ਵਾਲੇ ਵੀ ਇਹੀ ਕਹਿੰਦੇ ਆ ਤੇ ਸ਼੍ਰੋਮਣੀ ਅਕਾਲੀ ਦਲ ਵੀ ਇਹੀ ਕਹਿੰਦਾ ਵੀ ਸਾਡਾ 9 ਮਾਸ ਦਾ ਰਿਸ਼ਤਾ ਬੀਜੇਪੀ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਜੀ। ਤੇ ਮੇਰੇ ਖਿਆਲ ਨਾਲ ਸਾਡੇ ਵੱਲੋਂ ਤਾਂ ਕਦੇ ਕੋਈ ਕਮੀ ਆਉਣੀ ਨਹੀਂ ਇਹਨਾਂ ਨੂੰ, ਅੱਜ ਤੱਕ ਨਾ ਕਦੇ ਆਈ ਆ। ਜੋ ਬੀਜੇਪੀ ਕਹਿੰਦੀ ਆ ਉਹਦੇ ਅਕੋਰਡਿੰਗ ਹੀ ਅਸੀਂ ਚੱਲਦੇ ਹਾਂ ਜੀ, ਤੇ ਨਾ ਹੀ ਕੋਈ ਆਵੇ, ਮਤਲਬ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੋਈ ਬੀਜੇਪੀ ਦੀ ਕਦੇ ਕੋਈ ਪ੍ਰੋਬਲਮ ਨਹੀਂ ਆਉਂਦੀ ਜੀ। ਜੇ ਆਪਾਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰਦੇ ਹਾਂ, ਸਪੈਸ਼ਲੀ ਆਪਾਂ ਪ੍ਰਧਾਨ ਸਾਹਿਬ ਦੀ ਗੱਲ ਕਰਦੇ ਹਾਂ ਸੁਖਬੀਰ ਸਿੰਘ ਬਾਦਲ ਦੀ, ਉਹਨਾਂ ਤੇ ਜਦੋਂ ਆਮ ਆਦਮੀ ਪਾਰਟੀ ਦੇ ਵੱਡੇ ਚਿਹਰੇ ਨੇ ਮਾਨ ਸਾਹਿਬ, ਭਗਵੰਤ ਸਿੰਘ ਮਾਨ, ਉਹਨਾਂ ਦਾ ਕਮੈਂਟ ਹੁੰਦਾਗਾ, ਉਹਨਾਂ ਨੇ ਪਿਛਲੇ ਦਿਨੀ ਵੀ ਇੱਕ ਬਿਆਨ ਦਿੱਤਾਗਾ ਵੀ 9 ਮਾਸ ਦਾ ਰਿਸ਼ਤਾ ਛੇਤੀ ਟੁੱਟੂਗਾ, ਉਸ ਕਮੈਂਟ ਦੇ ਉੱਤੇ ਕੋਈ ਟਿੱਪਣੀ? ਇਹ ਤਾਂ ਉਦੋਂ ਦੇ ਕਹੀ ਜਾਂਦੇ ਆ ਜੀ। ਉਦੋਂ ਬਾਅਦ ਅਸੀਂ ਇਲੈਕਸ਼ਨ ਵੀ ਜਿੱਤੇ ਆ MP ਦਾ ਜੀ। ਬੀਬਾ ਜੀ ਆਪਣਾ ਹਰਸਿਮਰਤ ਨੂੰ ਮਿਨਿਸਟਰੀ 'ਚ ਵੀ ਉਹਨਾਂ ਨੇ ਲਿਆ, ਮਤਲਬ ਕਿ ਐਡਾ ਵੱਡਾ ਅਹੁਦਾ ਦਿੱਤਾ, ਕੈਬਨਿਟ ਮੰਤਰੀ ਉਹਨਾਂ ਨੇ ਲਿਆ ਜੀ। ਇਹਨਾਂ ਨੇ ਦੇਖੋ ਇੱਕ ਚੀਜ਼ ਆ ਜੀ, ਹਰ ਬੰਦੇ ਨੇ 2022 ਨੂੰ ਲੈ ਕੇ ਆਪੋ ਆਪਣੇ ਕਮੈਂਟ ਦੇਣੇ ਆ ਜੀ। ਭਗਵੰਤ ਮਾਨ ਨੇ ਤਾਂ ਉਹ ਤਾਂ ਇਹ ਵੀ ਆਖੂਆ ਜੀ ਵੀ ਆਪਣਾ ਸੁਖਬੀਰ ਬਾਦਲ ਸਾਹਿਬ ਇਲੈਕਸ਼ਨ ਨਹੀਂ ਲੜਦੇ, ਉਹਦੇ ਆਖਣ ਨੂੰ ਕੀ ਆਖਣਾ ਜੀ। ਜੇ ਕੋਈ ਬੀਜੇਪੀ ਦਾ ਨੇਤਾ ਇਹ ਗੱਲ ਕਹਿ ਰਿਹਾ, ਕੋਈ ਆਪਣਾ ਵੱਡਾ ਵੀ, ਇਹ ਸਾਡਾ ਇਹਨਾਂ ਨਾਲ ਰਿਸ਼ਤਾ ਟੁੱਟੂਗਾ, ਉਹ ਗੱਲ ਅਹਿਮੀਅਤ ਰੱਖਦੀ ਆ ਜੀ। ਇਹ ਆਸੇ-ਪਾਸੇ ਵਾਲੇ ਵਿਰੋਧੀ ਤਾਂ ਕਹੀ ਜਾਂਦੇ ਜੀ, ਰੌਲਾ ਪਾਈ ਜਾਂਦੇ ਜੀ, ਇਹਨਾਂ ਨਾਲ ਕੋਈ ਬੜਾ ਫਰਕ ਨਹੀਂ ਪੈਣ ਲੱਗਿਆ ਜੀ। ਪਿਛਲੇ ਦਿਨੀ ਮਾਸਟਰ ਮੋਹਨ ਲਾਲ ਦੇ ਬੜੇ ਕਰੜੇ ਬਿਆਨ ਆਏ ਆ। ਮੋਹਨ ਲਾਲ ਜੀ ਦਾ ਇੰਡੀਵਿਜੂਅਲ ਬਿਆਨ ਹੋ ਸਕਦੇ ਆ, ਨਾ ਤਾਂ ਉਹ ਬੀਜੇਪੀ ਦੇ ਕੋਈ ਪ੍ਰਧਾਨ ਦੇ ਅਹੁਦੇ ਤੇ ਆ ਜੀ, ਨਾ ਹੀ ਕੋਈ ਸੈਂਟਰ ਦੇ ਵਿੱਚ ਉਹਨਾਂ ਕੋਲੇ ਕੋਈ ਰੁਤਬਾ ਜੀ। ਹੁਣ ਉਹ ਆਪਣਾ ਫਰਸਟ੍ਰੇਸ਼ਨ ਤਾਂ ਆਪਦੀ ਸੀਟ ਨੂੰ ਲੈ ਕੇ ਆਪਣਾ ਮਾਸਟਰ ਮੋਹਨ ਲਾਲ ਜੀ ਉਹਨਾਂ ਤੋਂ ਜਿੱਤਿਆ ਨਹੀਂ ਗਿਆ ਜੀ, ਤੇ ਪੜਾਸ ਅਕਾਲੀ ਦਲ ਤੇ ਕੱਢੀ ਜਾਂਦੇ ਆ ਜੀ। ਇਹ ਤਾਂ ਕੋਈ ਤੁਕ ਨਹੀਂ ਬਣਦਾ ਜੀ। ਢਿੱਲੋਂ ਸਾਹਿਬ, ਜਿਹੜਾ MSP ਦਾ ਮੁੱਦਾ ਗਾ, ਉਸ ਨੂੰ ਸ਼੍ਰੋਮਣੀ ਅਕਾਲੀ ਦਲ ਕਿਵੇਂ ਦੇਖਦਾ? ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਸਾਨਾਂ ਨਾਲ ਵੀ ਮੀਟਿੰਗ ਕਰੀ ਆ, ਪਰ ਜੇ ਆਪੋਜ਼ਿਟ ਪਾਰਟੀਆਂ ਦਾ ਕਹਿਣਾਗਾ ਵੀ ਇਹ ਸਾਰਾ ਢੋਂਗਾ ਸਿਰਫ ਇੱਕ ਮੰਤਰੀ ਬਣ ਖਾਤਰ ਜਾਂ ਮੰਤਰੀ ਦੀ ਸੀਟ ਰਹੇ ਸਾਡੀ ਸੈਂਟਰ ਦੇ ਵਿੱਚ, ਤਾਂ ਸ਼੍ਰੋਮਣੀ ਅਕਾਲੀ ਦਲ ਨੇ ਕੰਪਰੋਮਾਈਜ਼ ਕੀਤਾ ਗਾ ਇੱਕ ਸੈਂਟਰ ਦੀ ਗਵਰਨਮੈਂਟ ਦੇ ਨਾਲ। ਤੁਹਾਨੂੰ ਲੱਗਦਾ ਵੀ ਇਹ ਕੰਪਰੋਮਾਈਜ਼ ਆ, ਲੋਕਾਂ ਦੇ ਨਾਲ ਧੋਖਾ ਗਾ, ਜਾਂ ਫਿਰ ਲੋਕਾਂ ਦੇ ਅੱਖਾਂ ਦੇ ਵਿੱਚ ਮਿੱਟੀ ਆਪੋਜੀਸ਼ਨ ਪਾ ਰਹੀ ਆ? ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਵੀ ਜਿਹੜੇ ਮੇਰੇ ਵਿਰੋਧੀ ਧਿਰ ਦੇ ਸੱਜਣ ਇਹ ਕਹਿ ਰਹੇ ਆ ਵੀ ਸੀਟ ਦੀ ਸੈਂਟਰ ਦੇ ਵਿੱਚ ਭੁੱਖ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਜੱਟਾਂ ਦਾ, ਜ਼ਿਮੀਂਦਾਰਾਂ ਦਾ ਸਾਥ ਨਹੀਂ ਦੇ ਰਿਹਾ ਜੀ। ਮੈਂ ਉਹਨਾਂ ਨੂੰ ਇੱਕ ਸਵਾਲ ਇਹ ਪੁੱਛਣਾ ਚਾਹਣਾ ਤੁਹਾਡੇ ਮਾਧਿਅਮ ਦੇ ਜ਼ਰੀਏ ਜੀ, ਵੀ ਕੀ ਬਾਦਲ ਪਰਿਵਾਰ ਨੇ ਕਦੇ ਪਾਵਰ ਨਹੀਂ ਦੇਖੀ? ਇਹ ਮਤਲਬ ਕਿ ਪਹਿਲੀ ਵਾਰੀ ਮਿਨਿਸਟਰੀ ਮਿਲੀ ਆ ਆਪਣਾ ਬੀਬਾ ਜੀ ਹਰਸਿਮਰਤ ਕੌਰ ਨੂੰ, ਵੀ ਜਿਹੜੀ ਸੈਂਟਰ ਦੇ ਵਿੱਚ ਇਹ ਰੌਲਾ ਪਾ ਰਿਹਾ ਵੀ ਇਹ ਆਪਦੀ ਕੁਰਸੀ ਨਹੀਂ ਛੱਡਦੇ। ਅਗਰ ਇਹ ਕੁਰਸੀ ਲੈਣੀ ਹੁੰਦੀ ਤਾਂ ਇੰਦਰਾ ਗਾਂਧੀ ਹੱਥ ਜੋੜ ਕੇ ਜੀ ਬਾਦਲ ਸਾਹਿਬ ਕੋਲੇ ਆਫਰ ਆਈ ਸੀ ਇੰਦਰਾ ਗਾਂਧੀ ਜੀ ਦੀ, ਵੀ ਤੁਸੀਂ ਸਾਰੀ ਉਮਰ ਪੰਜਾਬ ਸੰਭਾਲ ਲਓ, ਤੁਹਾਨੂੰ ਦਿੱਤਾ, ਤੇ ਤੁਸੀਂ ਜਿਹੜੀ ਐਮਰਜੈਂਸੀ ਲਾਈ ਆ ਇਹਦੇ ਖਿਲਾਫ ਤੁਸੀਂ ਮੋਰਚਾ ਨਾ ਲਾਓ ਜੀ। ਤੇ ਬਾਦਲ ਸਾਹਿਬ ਨੇ ਉਹਨਾਂ ਦੀ ਸ਼ਰਤ ਮੰਨੀ ਨਹੀਂ ਸੀ ਤੇ ਅੰਦਰ 20 ਸਾਲ ਰਹਿਣਾ ਮਨਜ਼ੂਰ ਕਰ ਲਿਆ ਸੀ ਜੀ, ਤੇ 20 ਸਾਲ ਅੰਦਰ ਲਾ ਕੇ ਆਪਦੇ ਬਲਬੂਤੇ ਤੇ ਲੋਕਾਂ ਦੀ ਲੜਾਈ ਲੜ ਕੇ ਰਾਜ ਲਿਆ ਸੀ 1997 ਦੇ ਵਿੱਚ ਜੀ, ਜਦੋਂ ਦੁਬਾਰੇ ਆਪਾਂ ਸ਼੍ਰੋਮਣੀ ਅਕਾਲੀ ਦਲ ਦਾ ਰਾਜ ਆਇਆ ਜੀ, ਤੇ CM ਰਹੇ 10 ਸਾਲ, ਫੇਰ CM ਰਹੇ ਜੀ। ਇਹਨਾਂ ਕੋਲੇ ਪਾਵਰਾਂ ਦੀ ਕੀ ਕਮੀ ਹੈ ਜੀ, ਜਿਹੜਾ ਇਹ ਵਿਰੋਧੀ ਧਿਰ ਜ਼ੋਰ ਲਾ ਰਹੇ ਆ, ਰੌਲਾ ਪਾ ਰਹੇ ਆ ਵੀ ਇਹ ਕੁਰਸੀ ਨਹੀਂ ਛੱਡਦੇ, ਇਹ ਇੱਕ ਸਕਿੰਟ 'ਚ ਲੱਤ ਮਾਰ ਦੇਣਗੇ ਜੇ। ਦੇਖੋ ਅੱਜ ਮੈਂ ਤੁਹਾਨੂੰ ਇਹ ਗੱਲ ਦਾਅਵੇ ਨਾਲ ਇਹ ਗੱਲ ਕਹਿ ਦਿੰਦਾ ਜੀ, ਅਗਰ ਜ਼ਿਮੀਂਦਾਰਾਂ ਤੇ ਕੋਈ ਮਾੜੀ ਜੀ ਆਂਚ ਵੀ ਆਈ, ਮੈਂ ਤੁਹਾਨੂੰ ਇਹ ਗੱਲ ਗਰੰਟੀ ਨਾਲ ਕਹਿ ਸਕਦਾ, ਕਿਉਂਕਿ ਮੈਂ ਇੱਕ ਬਾਦਲ ਪਰਿਵਾਰ ਦਾ ਬਹੁਤ ਨੇੜ ਦਾ ਸਦੱਸਿਆ, ਔਰ ਤਕਰੀਬਨ ਸਾਡੀ ਇਹ ਵਿਚਾਰ ਹੁੰਦੀ ਰਹਿੰਦੀ ਆ ਜੀ। ਸਭ ਤੋਂ ਪਹਿਲਾਂ ਸਾਨੂੰ ਕਿਸਾਨ ਜ਼ਿਮੀਂਦਾਰ ਆ, ਔਰ ਮੈਂ ਦਾਅਵੇ ਨਾਲ ਇਹ ਗੱਲ ਕਹਿਣਾ ਵੀ ਜਿਸ ਦਿਨ MSP ਦਾ ਰੇਟ ਇਹਨਾਂ ਨੇ ਤੋੜਤਾ, ਤੇ ਸਭ ਤੋਂ ਪਹਿਲਾਂ ਹਰਸਿਮਰਤ ਬੀਬਾ ਜੀ ਹੋਣਗੇ ਜਿਹੜੇ ਸੈਂਟਰ ਦੇ ਵਿੱਚੋਂ ਆਪਦੀ ਵਜ਼ਾਰਤ ਦੇ ਵਿੱਚੋਂ ਅਸਤੀਫਾ ਦੇਣਗੇ, ਤੇ
ਦੂਸਰੇ ਨੰਬਰ ਤੇ ਆਪਣੇ ਪ੍ਰਧਾਨ ਸਾਹਿਬ ਹੋਣਗੇ, ਜਿਹੜਾ ਬੀਜੇਪੀ ਨਾਲੋਂ ਅਸੀਂ 1 ਸੈਕਿੰਡ ਤੋਂ ਪਹਿਲਾਂ ਨਾਤਾ ਤੋੜ ਦਾਂਗੇ ਜੀ। ਇਹ ਮੇਰੀ ਗਰੰਟੀ ਹੈ ਇਸ ਚੀਜ਼ ਦੀ ਜੀ। ਲੇਕਿਨ ਇਹੋ ਜਿਹਾ ਕੋਈ ਗੱਲ ਹੀ ਨਹੀਂ ਜੀ। 1% ਵੀ ਕੋਈ ਇਹੋ ਜਿਹੀ ਗੱਲ ਨਹੀਂ ਜੀ। ਸਭ ਤੋਂ ਪਹਿਲਾਂ ਸਾਨੂੰ ਕਿਸਾਨ ਜ਼ਿਮੀਂਦਾਰਾਂ, ਬਾਦਲ ਸਾਹਿਬ ਨੇ ਅੱਜ ਤੱਕ ਜਿੰਨੀ ਲੜਾਈ ਲੜੀ ਆ ਜੀ। ਸਾਰੀ ਦੀ ਸਾਰੀ ਕਿਸਾਨੀ ਖਾਤਰ ਲੜੀ ਆ, ਇੱਕ ਗਰੀਬ ਵਰਗ ਦੀ ਇਹਨਾਂ ਨੇ ਖਾਤਰ ਲੜੀ ਆ, ਤੇ ਉਹਨਾਂ ਦੇ ਪਦ ਪੂਰਨਿਆਂ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਚੱਲ ਰਹੇ ਆ। ਸਵਾਲ ਇਹ ਨਹੀਂ ਪੈਦਾ ਹੁੰਦਾ ਵੀ ਜ਼ਿਮੀਂਦਾਰਾਂ ਨਾਲ ਧੋਖਾ ਹੋ ਜੇ। ਜੀ। ਹਾਂਜੀ ਜੀ। ਢਿੱਲੋਂ ਸਾਹਿਬ, ਜੇ ਗਿੱਦੜਬਾਹੇ ਦੀ ਗੱਲ ਕਰਦੇ ਆ, ਜੀ। ਰਾਜਾ ਵੜਿੰਗ ਜੀ ਇੱਥੋਂ ਐਮਐਲਏ ਨੇ, ਜੀ। ਮੁਹੰਮਦ ਸਦੀਕ ਜੀ ਲੋਕ ਸਭਾ ਦੇ ਵਿੱਚ ਨੇ, ਬਿਲਕੁਲ ਜੀ, ਐਮਪੀ ਨੇ। ਬਿਲਕੁਲ ਜੀ। ਕਿੱਦਾਂ ਦੇਖਦੇ ਹੋ, ਵਿਕਾਸ ਹੋਇਆ ਕਿ ਵਿਕਾਸ ਨਹੀਂ ਹੋਇਆ? ਚਲੋ ਸੈਂਟਰ ਦੇ ਵਿੱਚ ਬੀਜੇਪੀ ਸਰਕਾਰ ਆ ਜੀ, ਤੁਸੀਂ ਬਾਦਲ ਪਰਿਵਾਰ ਦੇ ਵੀ ਨੇੜੇ ਹੋ, ਬੀਬਾ ਜੀ ਦੇ ਵੀ ਨੇੜੇ ਹੋ ਜੀ, ਜੀ। ਇਧਰੋਂ ਰਾਜਾ ਵੜਿੰਗ ਜੀ ਵੀ ਨੇੜੇ ਨੇ, ਰਾਹੁਲ ਗਾਂਧੀ ਦੇ ਵੀ ਨੇੜੇ ਨੇ, ਬਿਲਕੁਲ ਜੀ। ਕੈਪਟਨ ਸਾਹਿਬ ਦੇ ਵੀ ਨੇੜੇ ਨੇ। ਬਿਲਕੁਲ ਜੀ। ਵਿਕਾਸ ਹੋਇਆ ਗਿੱਦੜਬਾਹੇ ਦਾ ਕਿ ਨਹੀਂ? ਭਾਈ ਸਾਹਿਬ, ਮੇਰੀ ਆਦਤ ਨਹੀਂ ਕਿਸੇ ਦੀ ਨਿੰਦਿਆ ਕਰਨ ਦੀ ਜੀ। ਮੈਂ ਕਦੇ ਕੀਤੀ ਨਹੀਂ, ਤੁਸੀਂ ਦੇਖਿਆ ਹੋਣਾ, ਪਰ ਮੈਂ ਇੰਨੀ ਗੱਲ ਜ਼ਰੂਰ ਮੇਰੇ ਛੋਟੇ ਵੀਰ ਨੂੰ ਪੁੱਛਣਾ ਚਾਹਾਂਗਾ, ਕਿਸ ਚੀਜ਼ ਨੂੰ ਤੁਸੀਂ ਵਿਕਾਸ ਕਹਿੰਦੇ ਹੋ? ਮੈਂ ਐਮਐਲਏ ਸਾਹਿਬ ਨੂੰ ਇਹ ਪੁੱਛੂੰਗਾ ਵੀ ਤੁਸੀਂ ਗਲੀਆਂ ਨਾਲੀਆਂ ਨੂੰ ਵਿਕਾਸ ਕਹਿੰਦੇ ਹੋ ਵੀ ਅਸੀਂ ਬਣਾ ਰਹੇ ਹਾਂ, ਇਹ ਵਿਕਾਸ ਆ? ਸੈਂਟਰ ਦਾ ਪੈਸਾ, ਜੀ। ਮਨਰੇਗਾ ਦਾ ਪੈਸਾ ਆ ਰਿਹਾ ਜੀ। ਸੈਂਟਰ ਇਹਨਾਂ ਨੂੰ ਗ੍ਰਾਂਟ ਦੇ ਰਿਹਾ ਜੀ। 13ਵੇਂ ਵਿੱਤ ਕਮਿਸ਼ਨ ਦਾ ਪੈਸਾ ਆ ਰਿਹਾ, 14ਵੇਂ ਦੇ ਆ ਰਿਹਾ, ਉਹ ਪੈਸਾ ਲੱਗ ਰਿਹਾ। ਜੀ। ਤੁਸੀਂ ਕੀ ਕਰ ਰਹੇ ਹੋ? ਮੈਂ ਇਹ ਸਵਾਲ ਮੇਰੇ ਐਮਐਲਏ ਸਾਹਿਬ ਨੂੰ ਇਹ ਪੁੱਛਣਾ ਚਾਹਣਾ ਵੀ ਪੰਜਾਬ ਸਰਕਾਰ ਨੇ ਕੀ ਯੋਗਦਾਨ ਪਾਇਆ? ਜੀ। ਜਿੰਨੀਆਂ ਪੈਨਸ਼ਨਸ ਲਾਈਆਂ ਸੀ ਬਾਦਲ ਸਾਹਿਬ ਨੇ, ਇੱਕ ਪੈਨਸ਼ਨ ਇਹ ਵਧਾ ਨਹੀਂ ਸਕੇ, ਇੱਕ ਪੈਨਸ਼ਨ ਵੀ। ਜੀ। 750 ਤੇ ਅਸੀਂ ਛੱਡ ਕੇ ਗਏ ਸੀ, 2500 ਦਾ ਵਾਅਦਾ ਕੀਤਾ ਸੀ, 750 ਤੇ ਖੜੇ ਆ। ਜੀ। ਮੈਂ ਮਾਫੀ ਚਾਹੂੰਗਾ ਢਿੱਲੋਂ ਸਾਹਿਬ, ਕਾਂਗਰਸ ਵਾਲੇ ਕਹਿੰਦੇ ਆ ਵੀ ਪੈਨਸ਼ਨਾਂ ਦੇ ਵਿੱਚ ਵੀ ਬੜਾ ਵੱਡਾ ਘਟਾਲਾ ਕਰ ਗਏ ਬਾਦਲ ਸਾਹਿਬ, ਉਹ ਆਰੋਪ ਨੂੰ ਕਿੱਦਾਂ ਦੇਖਦੇ ਹੋ ਵੀ ਪੈਨਸ਼ਨਾਂ ਗੈਰ ਕਾਨੂੰਨੀ ਲੱਗੀਆਂ, ਛੋਟੀ ਉਮਰ ਵਾਲਿਆਂ ਦੀਆਂ ਲੱਗੀਆਂ, ਫਰਮਾਇਸ਼ੀ ਤੌਰ ਤੇ ਲੱਗੀਆਂ ਗਈਆਂ, ਜਿਹੜੇ ਕਾਲੀ ਵਰਕਰ ਸੀ ਉਹਨਾਂ ਦੀਆਂ ਲੱਗੀਆਂ ਗਈਆਂ? ਠੀਕ ਆ ਜੀ, ਠੀਕ ਆ ਜੀ। ਇਹਨਾਂ ਦੀ ਸਰਕਾਰ ਆ ਜੀ ਹੁਣ, ਜੀ। ਤੇ ਕੱਢ ਲੈਣ ਜੀ। ਸਾਨੂੰ ਕੀ ਪ੍ਰੋਬਲਮ ਆ ਜੀ? ਜੇ ਕੋਈ ਬੰਦਾ ਗਲਤ ਸਰਟੀਫਿਕੇਟ ਆਪਦੇ ਬਣਾ ਕੇ ਦੇ ਗਿਆ ਜੀ, ਤੇ ਉਹਨਾਂ ਨੂੰ ਕੱਢ ਲੈਣ ਜੀ। ਸਾਨੂੰ ਕੀ ਪ੍ਰੋਬਲਮ ਆ? ਅਸੀਂ ਤਾਂ ਅਕੋਰਡਿੰਗ ਟੂ ਡਾਕੂਮੈਂਟਸ ਬਣਾਈਆਂ ਜੀ। ਜੇ ਕੋਈ ਪੈਨਸ਼ਨਾਂ ਲੱਗੀਆਂ ਅਕੋਰਡਿੰਗ ਟੂ ਡਾਕੂਮੈਂਟਸ ਲਾਈਆਂ ਜੀ। ਉਹ ਇਹ ਅਗਰ ਇਹਨਾਂ ਨੂੰ ਗਲਤ ਲੱਗਦੀਆਂ ਤਾਂ ਕੱਟ ਦੇਣ ਜੀ। ਪਰ ਅਸੀਂ ਤਾਂ ਆਪਦੇ ਹਿਸਾਬ ਨਾਲ ਬਿਲਕੁਲ ਸਹੀ ਸੋਚ ਸਮਝ ਕੇ ਕਾਗਜ਼ ਪੱਤਰ ਦੇਖ ਕੇ ਲਾਈਆਂ ਜੀ। ਇਹਨਾਂ ਦਾ ਵਾਅਦੇ ਦੀ ਮੈਂ ਗੱਲ ਕਰਦਾ। ਦੇਖੋ ਜੀ। ਤੁਸੀਂ ਕੁਐਸਚਨ ਨੂੰ ਦੂਸਰੇ ਪਾਸੇ ਲੈ ਗਏ ਹੋ ਜੀ। ਵੀ ਗਲਤ ਲੱਗੀਆਂ, ਸਹੀ ਲੱਗੀਆਂ, ਇਹ ਤਾਂ ਉਸ ਦਿਨ ਵੀ ਲੱਗੀਆਂ ਐਵੇਂ ਸੀ ਜਿੱਦਾਂ ਕੈਪਟਨ ਸਾਹਿਬ ਨੇ ਵਾਅਦਾ ਕੀਤਾ ਸੀ ਵੀ ਮੈਂ ਜੀ 750 ਤੋਂ ਮੈਂ 2500 ਕਰੂੰਗਾ। ਇਹ ਕੋਈ ਅੱਜ ਤਾਂ ਲੱਗੀਆਂ ਨਹੀਂ, ਉਸ ਦਿਨ ਸੋਚ ਕੇ ਵਾਅਦਾ ਕਰਨਾ ਸੀ। ਇਹਨਾਂ ਨੇ ਵਾਅਦਾ ਇਹ ਕੀਤਾ ਸੀ ਵੀ 15000 ਰੁਪਇਆ ਜਿਹੜਾ ਤੁਸੀਂ ਆਪਣਾ ਸ਼ਗਨ ਸਕੀਮ ਦਿੰਦੇ ਹੋ, ਮੈਂ ਇਹਨੂੰ 51000 ਰੁਪਇਆ ਦੇਵਾਂਗਾ ਜੀ। ਤੇ ਕੋਈ ਗਰੀਬ ਮੈਨੂੰ ਅੱਜ ਹੱਥ ਖੜਾ ਕਰਕੇ ਕਹਿ ਦੇ ਕਿਸੇ ਨੂੰ ਅੱਜ ਤੱਕ ਦੀ ਡੇਟ 'ਚ, ਮੈਂ ਆਪਦੇ ਗਿੱਦੜਵੇ ਹਲਕੇ ਦੀ ਗੱਲ ਕਰਦਾ, 15000 ਵੀ ਕਿਸੇ ਨੂੰ ਕੋਈ ਸ਼ਗਨ ਸਕੀਮ ਦਾ ਆਇਆ ਹੋਵੇ ਜੀ। ਆਟਾ ਦਾਲ ਦੀ ਜਿਹੜੀ ਸਕੀਮ ਆ, ਜਿਹੜੀ ਬਾਦਲ ਸਾਹਿਬ ਨੇ ਸਕੀਮ ਚਲਾਈ ਸੀ, ਇਹਨਾਂ ਨੇ ਵਾਅਦਾ ਕੀਤਾ ਸੀ ਨਾਲ ਮੈਂ ਖੰਡ, ਚਾਹ ਪੱਤੀ, ਘਿਓ ਨਾਲ ਦਿਆ ਕਰੂੰਗਾ। ਇਹ ਚੋਣ ਮੈਨੀਫੈਸਟੋ ਦੇ ਵਿੱਚ ਆਪਣਾ ਬਿਜ਼ੀ ਹੈ ਜੀ। ਔਰ ਮੈਂ ਦਾਅਵੇ ਨਾਲ ਕਹਿ ਦਿੰਦਾ ਇਹ ਚੀਜ਼, ਜਿਹੜੀਆਂ ਘਿਓ, ਚਾਹ ਪੱਤੀ, ਖੰਡ ਤਾਂ ਦੇਣੀ ਕੀ ਸੀ, ਜਿਹੜਾ ਆਟਾ ਤੇ ਦਾਲ ਵੀ ਦਿੰਦੇ ਆ ਨਾ ਜੀ, ਲੋਕਾਂ ਨੂੰ ਰਵਾ ਕੇ, ਜਿਸ ਕਿਸੇ ਨੇ ਅਕਾਲੀ ਦਲ ਨੂੰ ਵੋਟ ਪਾਈ ਆ ਉਹਨੂੰ ਤਾਂ ਦਿੰਦੇ ਹੀ ਨਹੀਂ, ਉਹਦਾ ਤਾਂ ਘਰ ਛੱਡ ਜਾਂਦੇ ਆ। ਤੁਹਾਨੂੰ ਅਕਸਰ ਹੀ ਗਿੱਦੜਵੇ ਦੇ ਵਿੱਚ ਇਹੋ ਜਿਹੇ ਲੋਕ ਮਿਲਣਗੇ। ਹੋਇਆ ਗਿੱਦੜਵੇ ਦੇ ਵਿੱਚ ਮੈਂ ਅਕਸਰ ਹੀ ਮਿਲਣਗੇ ਜੀ। ਤੁਸੀਂ ਕਿਸੇ ਮੁਹੱਲੇ 'ਚ ਜਾ ਵੜੋ ਜੀ, ਕਿਸੇ ਪਿੰਡ ਦੇ ਵਿੱਚ ਜਾ ਵੜੋ, ਇੰਨੀ ਮਤਲਬ ਕਿ ਇਹਨਾਂ ਨੇ ਧੱਕਾ ਕੀਤਾ ਵੀ ਇਹਨਾਂ ਦੇ ਬੰਦੇ ਵੰਡਦੇ ਆ ਜੀ ਸਾਰਾ। ਇਹ ਮਹਿਕਮਾ ਨਹੀਂ ਵੰਡਦਾ, ਜਿਹੜੇ ਇਹਨਾਂ ਦੇ ਇੰਚਾਰਜ ਆ ਉਹਨਾਂ ਦੀ ਡਿਊਟੀ ਆ, ਉਹਨਾਂ ਦੇ ਘਰੇ ਜਾਂਦਾ ਸਮਾਨ ਲੈ ਕੇ। ਔਰ ਸਾਡੇ ਜਿਹੜੇ ਇੱਥੋਂ ਦੇ ਮੇਨ ਆਪਣਾ ਫੂਡ ਸਪਲਾਈ ਦੇ ਇੰਚਾਰਜ ਆ DFSC ਸਾਹਿਬ, ਉਹਨਾਂ ਦੀਆਂ ਇਨਸਟਰਕਸ਼ਨਸ ਹੁੰਦੀਆਂ ਵੀ ਫਲਾਣੇ ਸਰਪੰਚ ਦੇ ਘਰੇ ਲੈ ਕੇ ਜਾਓ ਆਟਾ ਦਾਲ, ਸਾਰਿਆਂ ਨੂੰ ਉੱਥੇ ਭੇਜੋ ਗਰੀਬਾਂ ਨੂੰ, ਉਹ ਵੰਡਣਗੇ। ਇਹੋ ਜਿਹੇ ਹਾਲਾਤ ਆ। ਜੇ ਕੱਲ ਨੂੰ ਇਹ ਗੱਲ ਆਈ ਢਿੱਲੋਂ ਸਾਹਿਬ, ਪ੍ਰੂਫ ਕਰ ਸਕਦੇ ਹੋ ਤੁਸੀਂ ਵੀ ਇਦਾਂ ਦਾ ਹੋਇਆਗਾ? ਸਰ 40 ਵਾਰੀ ਕੀਤਾ ਜੀ, ਤੁਹਾਡੇ ਮੀਡੀਅਮ ਦੇ ਜ਼ਰੀਏ 40 ਵਾਰੀ ਕੀਤਾ ਜੀ। 20 ਬੰਦਿਆਂ ਦੇ ਅੱਜ ਵੀ ਰੋਂਦੇ ਫਿਰਦੇ ਆ ਜੀ। ਤੁਸੀਂ ਮੈਨੂੰ ਇੱਕ ਗੱਲ ਦੱਸੋ ਜੀ, ਇੱਥੋਂ ਤੱਕ ਕਿ ਅਸੀਂ ਲੋਕਡਾਊਨ ਦੇ ਵਿੱਚ ਲੰਗਰ ਚਲਾਇਆ ਸੀ। ਲੋ ਹੁਣ ਤੁਸੀਂ ਪ੍ਰੂਫ ਦੀ ਗੱਲ ਸੁਣ ਲਓ, ਅਸੀਂ ਲੰਗਰ ਚਲਾਤਾ, SDM ਤੇ ਆਪਣਾ DC ਸਾਹਿਬ ਦੇ ਧਿਆਨ ਦੇ ਵਿੱਚ ਲਿਆ ਕੇ ਅਸੀਂ ਲੰਗਰ ਚਲਾਇਆ ਜੀ, ਕਿਉਂਕਿ ਰੋਜ਼ ਲਾਲਾ ਮੱਚ ਗਈ ਸੀ। ਤੁਹਾਡੇ ਮਾਧਿਅਮ ਦੇ ਜ਼ਰੀਏ ਸਾਨੂੰ ਪਤਾ ਲੱਗਿਆ ਸੀਗਾ
ਕਿ ਇਹ ਇੱਥੇ ਇੱਕ ਬੜਾ ਰਕਸ਼ੇ ਵਾਲਾ ਗਰੀਬ ਵਿਚਾਰਾ ਰੋਟੀ ਤੋਂ ਆਜਤ ਸੀ ਤੇ ਨਮਕ ਰੱਖ ਕੇ ਵਿਚਾਰਾ ਜੀ ਆਪਦੇ ਪ੍ਰਸ਼ਾਦੇ ਜੀ ਛਕ ਰਿਹਾ ਸੀ। ਉਸ ਦਿਨ ਤੋਂ ਅਸੀਂ ਐਲਾਨ ਕੀਤਾ ਸੀ ਕਿ ਅੱਜ ਤੋਂ ਬਾਅਦ ਕੋਈ ਗਿੱਦੜਵੇ ਦੇ ਵਿੱਚ ਕੋਈ ਵੀ ਸੱਜਣ ਅਸੀਂ ਆਪਦਾ ਭੁੱਖਾ ਨਹੀਂ ਸੌਣ ਦੇਵਾਂਗੇ। ਇਹ ਤੁਹਾਡੇ ਨਾਲ ਵਾਅਦਾ ਰਿਹਾ। ਅਸੀਂ ਸਟਾਰਟ ਕਰਤਾ ਜੀ ਲੰਗਰ ਜੀ ਦੋਨਾਂ ਤੋਂ ਪਰਮਿਸ਼ਨ ਲੈ ਕੇ ਜੀ। ਸਾਡਾ ਲੰਗਰ 3 ਦਿਨ ਚੱਲਿਆ ਜੀ। 1500 ਬੰਦੇ ਦਾ ਅਸੀਂ ਡੇਲੀ ਆਪਣਾ ਲੰਗਰ ਤਿਆਰ ਕਰਦੇ ਸੀ ਜੀ। ਚੌਥੇ ਦਿਨ ਸਾਨੂੰ SDM ਸਾਹਿਬ ਦਾ ਟੈਲੀਫੋਨ ਆਇਆ ਵੀ ਤੁਸੀਂ ਜੀ ਇਹ ਬੰਦ ਕਰੋ ਤੇ ਨਹੀਂ ਤਾਂ ਸਾਨੂੰ ਕਾਰਵਾਈ ਕਰਨੀ ਪੈਣੀ ਹੈ ਤੁਹਾਡੇ ਖਿਲਾਫ। ਹੁਣ ਇਸ ਤੋਂ ਤੁਸੀਂ ਆਪ ਹੀ ਆਪਣਾ ਅੰਦਾਜ਼ਾ ਲਾ ਲਓ ਜੀ। ਚੌਥੇ ਦਿਨ ਸਾਡਾ ਲੰਗਰ ਬੰਦ ਕਰਾਤਾ ਇਹਨਾਂ ਨੇ ਆ ਕੇ ਜੀ। ਔਰ ਹਾਲਾਂਕਿ ਅਸੀਂ SDM ਸਾਹਿਬ ਨੂੰ ਬਣਾ ਕੇ ਦਿੰਦੇ ਸੀ, ਨਾਲ ਬੰਦੇ ਭੇਜਦੇ ਸੀ ਆਪਦੇ ਜੀ। ਇੰਨੇ ਧੱਕੇ ਕਰੀ ਜਾਂਦੇ ਆ ਜੀ। ਇਹ ਮਾੜੀ ਜੀ ਚੀਜ਼ ਵੀ ਬਰਦਾਸ਼ਤ ਨਹੀਂ ਕਰਦਾ। ਮੈਂ ਤਾਂ ਬੜਾ ਇਹਨੂੰ ਐਡਾ ਵੱਡਾ ਆਪਣਾ ਲੀਡਰ ਆ, ਐਡਾ ਵੱਡਾ ਰੁਤਬਾ ਰਿਹਾ ਇਹਦੇ ਕੋਲੇ, ਕਾਂਗਰਸ ਦਾ ਯੂਥ ਦਾ ਆਲ ਇੰਡੀਆ ਦਾ ਪ੍ਰਧਾਨ ਜੀ, ਰਾਹੁਲ ਗਾਂਧੀ ਦਾ ਰਾਈਟ ਹੈਂਡ ਮੈਨ ਜੀ, ਤੇ ਦਿਲ ਚਿੜੀ ਦੇ ਬੱਚੇ ਜਿੱਡਾ। ਕੋਈ ਦਿਲ ਵੀ ਵੱਡਾ ਰੱਖੇ ਮਾੜਾ ਜਾ, ਐਡੇ ਵੱਡੇ ਤੇਰੇ ਵੱਡੇ ਘਰਾਣਾ ਤੇਰੇ ਆਪਣਾ ਮੱਥਾ ਲੱਗਦਾ ਤੇ ਫਿਰ ਦਿਲ ਜਮਾਂ ਹੀ ਐਡਾ ਮਾੜਾ ਜਿਹਾ ਵੱਡਾ ਕਰੇ ਇਹਨੂੰ। ਜੇ ਕੋਈ ਸਾਡਾ ਬੰਦਾ ਕੋਈ ਭੁੱਲਿਆ ਚੁੱਕਿਆ ਕੋਈ 19-21 ਕੰਮ ਕਰਾ ਲੇ ਜੀ ਤਾਂ ਹੱਥਾਂ ਪੈਰਾਂ ਦੀ ਮਚਾ ਦਿੰਦੇ ਆ ਜੀ। ਹਜ਼ਾਰਾਂ ਪਰਚੇ ਦਰਜ ਕਰਾਏ ਆ ਜੀ, ਹਜ਼ਾਰਾਂ ਜ਼ਮੀਨਾਂ ਤੇ ਇਹਨੇ ਕਬਜ਼ੇ ਕਰਾਏ ਆ ਸਾਡੇ ਹਲਕੇ ਦੇ ਵਿੱਚ। ਤੁਸੀਂ ਜਾਓਗੇ, ਮੈਂ ਤੁਹਾਨੂੰ ਬਕਾਇਦਾ ਤੌਰ ਤੇ ਟੈਲੀਫੋਨ ਦੇ ਕੇ ਐਡਰੈਸ ਦੇ ਕੇ ਬੰਦਿਆਂ ਦੇ ਭੇਜ ਦੇਣਾ। ਤੁਸੀਂ ਜਾ ਕੇ ਉਹਨਾਂ ਦੀ ਇੰਟਰਵਿਊ ਲੈ ਲਓ, ਤੁਹਾਨੂੰ ਉਹ ਦੱਸਣਗੇ ਵੀ ਹਾਂ ਸਾਡੇ ਨਾਲ ਧੱਕੇ ਕੀਤੇ ਆ ਜੀ ਇਹਨਾਂ ਨੇ ਜੀ। ਮਤਲਬ ਕਿ ਹੱਦਾਂ ਬੰਨੇ ਸਾਰੇ ਟੱਪ ਗਏ ਜੀ, ਕੋਈ ਚੀਜ਼ ਨਹੀਂ ਛੱਡੀ। ਬਾਕੀ ਰਹੀ ਵਿਕਾਸ ਦੀ ਗੱਲ ਜੀ, ਸਾਰਾ ਸੀਵਰੇਜ ਸਿਸਟਮ ਸਾਡਾ ਗਿੱਦੜਵੇ ਦਾ ਬੰਦ ਪਿਆ ਜੀ। ਜਦੋਂ ਥੋੜੀ ਜਿਹੀ ਬਾਰਿਸ਼ ਪੈ ਜਾਂਦੀ, ਬਾਰਿਸ਼ ਤਾਂ ਬਠਿੰਡੇ ਪੈਂਦੀ ਹੈ ਤੇ ਸਾਡਾ ਇੱਥੇ ਗੋਡੇ ਗੋਡੇ ਪਾਣੀ ਖੜ ਜਾਂਦਾ ਜੀ। ਮਤਲਬ ਕਿ ਪੋਜੀਸ਼ਨ ਇਹ ਬਣ ਜਾਂਦੀ ਆ, ਨਾ ਤਾਂ ਕੋਈ ਘਰਾਂ ਚੋਂ ਬਾਹਰ ਆ ਸਕਦਾ ਜੀ, ਨਾ ਕੋਈ ਘਰਾਂ ਦੇ ਵਿੱਚ ਜਾ ਸਕਦਾ ਜੀ। ਇਹ ਪੋਜੀਸ਼ਨ ਬਣ ਜਾਂਦੀ ਹੈ ਜੀ। ਢਿੱਲੋਂ ਸਾਹਿਬ, ਜੇ ਆਪਾਂ ਗੱਲ ਕਰਦੇ ਆ ਤੁਹਾਡੀ ਤੇ ਤੁਹਾਡੇ ਬ੍ਰਦਰ ਦੀ, ਬੜੇ ਪਰਸਨਲ ਕਮੈਂਟਸ ਵੀ ਆਪਾਂ ਨੂੰ ਦੇਖਣ ਨੂੰ ਮਿਲਦੇ ਆ, ਖਾਸ ਕਰਕੇ ਫੇਸਬੁੱਕ ਦੇ ਉੱਤੇ। ਬੱਸਾਂ ਨੂੰ ਲੈ ਕੇ ਬੜਾ ਵਿਵਾਦ ਚੱਲਦਾ ਤੁਹਾਡੇ ਵਿੱਚ ਤੇ ਰਾਜਾ ਵੜਿੰਗ ਫੈਮਿਲੀ ਦੇ ਵਿੱਚ, ਹਨਾ ਜੀ। ਉਹ ਗੱਲ ਵੀ ਮੈਂ ਚਾਹੂੰਗਾ ਵੀ ਅੱਜ ਕਲੀਅਰ ਕਰ ਦਿਓ ਵੀ ਕੀ ਗੱਲ ਆ। ਪਰਸਨਲ ਅਟੈਕ ਰਾਜਨੀਤੀ ਦੇ ਵਿੱਚ ਹੋਣੇ ਚਾਹੀਦੇ ਆ ਜਾਂ ਇੱਕ ਇਹ ਮਸ਼ਹੂਰੀ ਵਾਲਾ ਤਰੀਕਾ ਬਣ ਗਿਆ ਵੀ ਥੋੜਾ ਜਿਹਾ ਚਰਚਾ ਦੇ ਵਿੱਚ ਰਹੀਏ ਤਾਂ ਵਧੀਆ ਗੱਲ ਆ, ਜਿਵੇਂ ਕਲਾਕਾਰ ਚਰਚਾ ਦੇ ਵਿੱਚ ਰਹਿੰਦੇ। ਅਸੀਂ ਸਣੀ ਜੀ ਨੂੰ ਵੀ ਅਕਸਰ ਦੇਖਿਆਗਾ ਵੀ ਉਹ ਫੇਸਬੁੱਕ ਤੇ ਲਾਈਵ ਹੁੰਦੇ ਰਹਿੰਦੇ ਆ। ਉਧਰੋਂ ਵੀ ਬੱਸਾਂ ਨੂੰ ਲੈ ਕੇ ਬੜਾ ਕਮੈਂਟ ਆਉਂਦਾਗਾ। ਉਹ ਮੈਂ ਚਾਹੂੰਗਾ ਥੋੜੀ ਜਿਹੀ ਦਰਸ਼ਕਾਂ ਨੂੰ ਇਹ ਗੱਲ ਜ਼ਰੂਰ ਕਲੀਅਰ ਕੀਤੀ ਜਾਵੇ। ਦੇਖੋ ਜੀ, ਮੇਰੇ ਫਾਦਰ ਸਾਹਿਬ ਨੇ 1975 ਦੇ ਵਿੱਚ ਜੀ ਟਰਾਂਸਪੋਰਟ ਸਟਾਰਟ ਕੀਤੀ ਸੀ ਜੀ। ਇਹ ਸਾਰੀ ਦੁਨੀਆ ਨੂੰ ਇਸ ਗੱਲ ਦਾ ਪਤਾ। ਇੱਕ ਬੱਸ ਤੋਂ ਅਸੀਂ ਕੰਮ ਸਟਾਰਟ ਕੀਤਾ ਸੀ ਜੀ। ਉਦੋਂ ਬਾਅਦ ਮੈਂ ਮੇਰੇ ਫਾਦਰ ਸਾਹਿਬ ਨੂੰ ਆ ਕੇ ਜੁਆਇਨ ਕੀਤਾ ਸੀ 1983 ਦੇ ਵਿੱਚ ਜੀ। ਮੈਂ ਵੱਡਾ ਬੇਟਾ ਹੋਣ ਦਾ ਨਾਤੇ ਮੈਂ ਹੀ ਜੁਆਇਨ ਕਰਨਾ ਸੀ। ਅਸੀਂ ਇੱਕ ਬੱਸ ਕਰਕੇ ਆਪਦਾ ਫਲੀਟ ਇੱਥੋਂ ਤੱਕ ਪਹੁੰਚਾਇਆ ਜੀ। ਔਰ ਇਹ ਮੈਂ ਇਕੱਲਾ ਨਹੀਂ ਕਹਿੰਦਾ ਜੀ, ਤੁਸੀਂ ਮੇਰੇ ਹਲਕੇ ਦੇ ਕਿਸੇ ਸੱਜਣ ਤੋਂ ਪੁੱਛ ਲਓ, ਕਿਸੇ ਵੀ ਸੱਜਣ ਤੋਂ ਜੀ, ਜਿਹੜੇ ਪੁਰਾਣੇ ਆ ਜਾਂ ਜਿਹੜੇ ਸਾਡੇ ਨਾਲ ਟਰੈਵਲ ਕਰਦੇ ਰਹੇ ਆ, ਉਹਨਾਂ ਤੋਂ ਤੁਸੀਂ ਪੁੱਛੋ ਜੀ ਕਿ ਜਿਹੜੀ ਬੱਸ ਸਰਵਿਸ ਇਹਨਾਂ ਨੇ ਚਲਾਈ, ਜੋ ਇਹਨਾਂ ਨੇ ਕਮਾਈ ਕੀਤੀ, ਇਹਦੇ 'ਚ ਕੋਈ ਰੱਤੀ ਭਰਦੀ ਕੋਈ ਵੀ ਠੱਗਾ ਠੋਰੀ ਹੈ? ਮੈਂ ਕੋਈ ਸਰਕਾਰੀ ਪੋਸਟ ਤੇ ਰਿਹਾ ਹੋਵਾਂ, ਮੈਂ ਕੋਈ ਪੋਲੀਟੀਕਲ ਪੋਸਟ ਤੇ ਰਿਹਾ ਹੋਵਾਂ, ਜਾਂ ਸਾਡੇ ਪਰਿਵਾਰ ਦਾ ਕੋਈ ਬੰਦਾ ਰਿਹਾ ਹੋਵੇ ਜੀ, ਮੰਨ ਸਕਦੇ ਹਾਂ ਵੀ ਅਸੀਂ ਕੋਈ ਚੋਰੀ ਠੱਗੀ ਮਾਰ ਕੇ ਆਪਦੀ ਟਰਾਂਸਪੋਰਟ ਵਧਾ ਲਈ ਜੀ। ਮੇਰੇ ਕੋਲੇ ਤਾਂ ਉਂਗਲਾਂ ਤੇ ਪਿਆ ਜੀ, ਜਿੱਥੋਂ ਅਸੀਂ ਕਰਜ਼ਾ ਚੱਕ ਕੇ ਟਰਾਂਸਪੋਰਟ ਵਧਾਈ ਆ। 8 ਸਾਲ ਮੈਥੋਂ ਮੇਰੇ ਬ੍ਰਦਰ ਛੋਟੇ ਆ ਜੀ, ਸਣੀ ਜੀ। ਮੈਂ ਉਹਨੂੰ ਐਜ਼ ਬੱਚਿਆਂ ਨੂੰ ਆਪਦੇ ਟ੍ਰੀਟ ਕਰਦਾ। ਮੈਂ ਕਦੇ ਉਹਨੂੰ ਭਰਾ ਨਹੀਂ ਸਮਝਿਆ, ਆਪਦਾ ਬੱਚਾ ਸਮਝਿਆ ਜੀ। ਦੋਨਾਂ ਭਰਾਵਾਂ ਨੇ ਅਸੀਂ ਮਿਲ ਕੇ ਜੀ, ਉਹਨੇ ਵੀ ਬੱਸਾਂ ਚਲਾਈਆਂ, ਮੈਂ ਵੀ ਬੱਸਾਂ ਚਲਾਈਆਂ ਜੀ। ਅੱਜ ਪੂਰਾ ਕੰਟਰੋਲ ਬੱਸਾਂ ਦਾ ਉਹਦੇ ਕੋਲੇ ਆ, ਮੈਂ ਸਿਆਸਤ ਦੇ ਵਿੱਚ ਆ ਜੀ। ਦੋਨਾਂ ਨੇ ਰਲ ਕੇ ਅਸੀਂ ਕਾਰੋਬਾਰ ਨੂੰ ਵਧਾਇਆ ਜੀ। ਜਦੋਂ ਉਹ ਨਾਲ ਲੱਗ ਗਿਆ, ਮੇਰੀ ਤਾਕਤ ਉਦੋਂ ਦੁੱਗਣੀ ਹੋ ਗਈ ਸੀ। ਪਹਿਲਾਂ ਮੈਂ ਇਕੱਲਾ ਸੀ, ਉਹਦੇ ਨਾਲ ਆਉਣ ਤੋਂ ਬਾਅਦ ਮੇਰੀ ਤਾਕਤ ਦੁੱਗਣੀ ਹੋ ਗਈ। ਸੋ ਇੱਕ ਬੰਦਾ ਕੰਮ ਕਰਨ ਵਾਲਾ, ਸੋ 2 ਬੰਦੇ ਕੰਮ ਕਰਨ ਵਾਲੇ ਹੋ ਗਏ ਜੀ। ਤੇ ਅਸੀਂ ਆਪਦੀ 10 ਨੌਹਾਂ ਦੀ ਕਮਾਈ ਕਰਕੇ, ਮਿਹਨਤ ਕਰਕੇ ਆਪਦੇ ਕਾਰੋਬਾਰ ਨੂੰ ਇੱਥੇ ਲੈ ਕੇ ਆਏ ਆ ਜੀ। ਹੁਣ ਮੈਨੂੰ ਇਹ ਵੀ ਮੈਂ ਤੁਹਾਡੇ ਮਾਧਿਅਮ ਦੇ ਆਪਣਾ ਜ਼ਰੀਏ ਇਹ ਜ਼ਰੂਰ ਪੁੱਛਣਾ ਚਾਹਾਂਗਾ ਵੀ ਅੱਜ ਤੋਂ 8-9 ਸਾਲ ਪਹਿਲਾਂ ਜੀ ਦੀ ਮੇਰੇ MLA ਵੀਰ ਦੀ, ਜਿਹੜੇ ਇੱਥੋਂ ਦਾ MLA ਆ, ਉਹਦੀ ਜ਼ਮੀਨ ਜਾਇਦਾਦ ਤੁਸੀਂ ਚੈੱਕ ਕਰ ਲਓ। 60 ਕਿੱਲੇ ਜ਼ਮੀਨ ਆਉਂਦੀ ਆ ਜੀ ਉਹਨੂੰ ਜੀ, ਉਹਦੇ ਜੱਦੀ ਪਿੰਡ ਦੇ ਵਿੱਚ ਜੀ। ਤੇ ਜਿਹੜੇ ਸਟੈਂਡਰਡ ਨਾਲ ਉਹ ਰਹਿੰਦਾ, ਕੀ 60 ਕਿੱਲੇ ਵਾਲਾ ਬੰਦਾ ਰਹਿ ਸਕਦਾ?
ਇਹ ਮੈਂ ਅੱਜ ਇਹ ਖੁਲਾਸੇ ਨਹੀਂ ਕਰੂੰਗਾ, ਮੇਰੇ ਕੋਲੇ ਸਾਰਾ ਹੈ ਇਹਦਾ ਜੁਗਾੜ। ਅੱਜ ਨਹੀਂ ਮੈਂ ਕਰੂੰਗਾ, ਟਾਈਮ ਆਉਣ ਤੇ ਇਹ ਵੀ ਦੱਸੂਗਾ ਵੀ ਕਿੱਥੋਂ ਕਿੱਥੋਂ ਕੀ ਬਣਾਇਆ ਇਹਨੇ। ਜੀ ਸਨੀ ਜੀ, ਤੁਸੀਂ ਇਹ ਪਹਿਲਾਂ ਵਾਲੇ ਪ੍ਰਸ਼ਨਾਂ ਦੇ ਵਿੱਚ ਗੱਲ ਕਰੀ, ਉੱਤਰ ਦੇ ਵਿੱਚ ਵੀ ਅਸੀਂ ਬਾਦਲ ਪਰਿਵਾਰ ਦੇ ਬੜੇ ਨੇੜੇ ਆ, ਖਾਸ ਤੌਰ ਤੇ ਤੁਸੀਂ ਬੜਾ ਨੇੜੇ ਹੋ ਸੁਖਬੀਰ ਸਿੰਘ ਬਾਦਲ ਦੇ। ਜੇ ਆਪਾਂ ਇੱਕ ਵਿਜ਼ਨ ਦੀ ਗੱਲ ਕਰਦੇ ਆ, ਬੜੇ ਪੋਸਟਰ ਲੱਗ ਰਹੇ ਨੇ, ਆਉਣ ਵਾਲਾ ਸੀਐਮ ਆਫ ਪੰਜਾਬ ਸੁਖਬੀਰ ਬਾਦਲ ਦੀਆਂ ਬੜੀਆਂ ਫੋਟੋਆਂ ਆ ਰਹੀਆਂ, ਫੋਰਨ ਤੋਂ ਵੀ ਬੜੀਆਂ ਫੋਟੋਆਂ ਆ ਰਹੀਆਂ ਗੀਆਂ। ਚਲੋ ਸੀਐਮ ਚਾਹੇ ਬਾਦਲ ਸਾਹਿਬ ਬਣ ਕੱਲ੍ਹ ਨੂੰ, ਚਾਹੇ ਸਰਕਾਰ ਆਵੇ ਜਾਂ ਛੋਟੇ ਬਾਦਲ ਸਾਹਿਬ ਬਣ, ਜਿੱਦਾਂ ਵੀ ਹੁੰਦਾਗਾ, ਤੁਸੀਂ ਸੁਖਬੀਰ ਸਿੰਘ ਬਾਦਲ ਦੀ ਵਿਜ਼ਨ ਕਿੱਦਾਂ ਦੇਖਦੇ ਹੋ? ਕਿਉਂਕਿ ਭਗਵੰਤ ਸਿੰਘ ਮਾਨ ਜਾਂ ਆਮ ਆਦਮੀ ਪਾਰਟੀ ਦਾ ਛੋਟੇ ਤੋਂ ਛੋਟਾ ਵਰਕਰ ਇਹ ਕਹਿੰਦਾਗਾ ਵੀ ਸੁਖਬੀਰ ਸਿੰਘ ਬਾਦਲ ਕੋਲੇ ਕੋਈ ਵਿਜ਼ਨ ਹੈ ਨਹੀਂ। ਤੁਸੀਂ ਵਿਜ਼ਨ ਦੀ ਜੇ ਆਪਾਂ ਗੱਲ ਕਰਦੇ ਹਾਂ, ਤੁਸੀਂ ਲੋਕਾਂ ਨੂੰ ਦੱਸਣਾ ਚਾਹੋਗੇ ਵੀ ਬਾਦਲ ਸਾਹਿਬ ਦੀ ਵਿਜ਼ਨ ਕੀ ਆ? ਭਾਈ ਸਾਹਿਬ, ਹੁਣ ਮੈਂ ਵਿਜ਼ਨ ਦੀ ਗੱਲ ਕਰਾਂ ਜੀ, ਸਾਰੀ ਦੁਨੀਆ ਨੂੰ ਉਹਨਾਂ ਦੀ ਵਿਜ਼ਨ ਵਿਖਦੀ ਆ ਜੀ। ਤੁਸੀਂ ਪੰਜਾਬ ਦੇ ਕਿਸੇ ਕੋਨੇ ਤੋਂ ਚੱਲ ਪੋ ਜੀ, ਕਿਸੇ ਕੋਨੇ 'ਚ ਪਹੁੰਚ ਜਾਓ, ਵਿਦਿਨ 3 ਆਵਰਸ ਤੁਸੀਂ ਪਹੁੰਚ ਜਾਂਦੇ ਹੋ ਜੀ। 4 ਲੇਨਿੰਗ ਰੋਡਸ ਜੀ, ਇੱਕ ਨੰਬਰ ਦੀਆਂ ਸਾਰੇ ਹਿੰਦੁਸਤਾਨ 'ਚ ਨਹੀਂ ਇਹੋ ਜਿਹੀਆਂ ਰੋਡਸ ਹੋਣੀਆਂ ਜਿਹੋ ਜਿਹੀਆਂ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਆਪਾਂ ਨੂੰ ਪੰਜਾਬ ਨੂੰ ਬਣਾ ਕੇ ਦਿੱਤੀਆਂ। ਜੀ, ਸਭ ਤੋਂ ਪਹਿਲਾ ਵਿਜ਼ਨ ਇਹ ਆ ਜੀ। ਕਿਸੇ ਵੀ ਸਟੇਟ ਦਾ ਜਿੰਨਾ ਚਿਰ ਇਨਫਰਾਸਟ੍ਰਕਚਰ ਵਧੀਆ ਨਾ ਹੋਵੇ, ਰੋਡਸ ਦਾ ਖਾਸ ਕਰਕੇ, ਜੀ, ਉਹਨਾਂ ਚਿਰ ਉਹ ਸਟੇਟ ਕਦੇ ਵੀ ਤਰੱਕੀ ਨਹੀਂ ਕਰ ਸਕਦੀ। ਸਭ ਤੋਂ ਪਹਿਲੀ ਵਿਜ਼ਨ ਇਹਨਾਂ ਦੀ ਇਹ ਆ। ਅਗਲੀ ਵਿਜ਼ਨ ਜੀ, ਲੋਕਾਂ ਦੀ ਸਿਹਤ ਦਾ ਖਿਆਲ ਰੱਖਣਾ। ਸਭ ਤੋਂ ਪਹਿਲੀ ਵਿਜ਼ਨ ਜਿਹੜੀ ਆਪਣੇ ਰੋਡਸ ਆ ਗਈ। ਅਗਲੀ ਵਿਜ਼ਨ ਆ ਗਈ ਲੋਕਾਂ ਦਾ ਖਿਆਲ, ਮੈਡੀਕਲ ਖਿਆਲ ਰੱਖਣਾ। ਜੀ, ਏਮਸ ਹਸਪੀਟਲ ਪੰਜਾਬ ਦੇ ਵਿੱਚ ਲੈ ਕੇ ਆਉਣ ਵਾਲੇ ਬਾਦਲ ਪਰਿਵਾਰ ਦੇ ਹਰਸਿਮਰਤ ਕੌਰ ਬਾਦਲ ਬੀਬਾ ਜੀ ਸਾਡੇ ਜੀ ਇੱਥੇ ਬਠਿੰਡੇ ਲੈ ਕੇ ਆਏ ਤਾਂ ਕਿ ਲੋਕਾਂ ਨੂੰ ਅਸੀਂ ਇਲਾਜ ਸਸਤਾ ਤੇ ਵਧੀਆ ਦੇ ਸਕੀਏ। ਜੀ। ਅਗਲੀ ਗੱਲ, ਤੁਸੀਂ ਵਿਜ਼ਨ ਦੀ ਗੱਲ ਕਰਦੇ ਹੋ ਜੀ। ਜਿੰਨੇ ਅੱਜ ਤੱਕ ਦੇ ਵਾਅਦੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਨੇ ਕੀਤੇ ਆ, ਨੌਜਵਾਨ ਬੇਰੁਜ਼ਗਾਰ ਸਾਡੇ ਤੁਰੇ ਫਿਰਦੇ ਸੀ ਜੀ, ਪੁਲਿਸ ਸਾਡੀ ਘੱਟ ਸੀ ਜੀ, ਸਭ ਤੋਂ ਵੱਧ ਭਰਤੀ ਅਗਰ ਕੀਤੀ ਆ, ਕਿਹਨੇ ਕੀਤੀ ਹੈ ਮੈਨੂੰ ਐਂ ਦੱਸ ਦਿਓ ਤੁਸੀਂ, ਅੱਜ ਤੱਕ ਦੀ ਹਿਸਟਰੀ 'ਚ ਦੱਸ ਦਿਓ ਮੈਨੂੰ। ਅਕਾਲੀ ਦਲ ਦੀ ਗਵਰਨਮੈਂਟ ਨੇ। ਸਭ ਤੋਂ ਵੱਧ ਲੜਕੀਆਂ ਜੇ ਕਿਸੇ ਨੇ ਭਰਤੀ ਕੀਤੀਆਂ, ਅਕਾਲੀ ਦਲ ਗਵਰਨਮੈਂਟ ਨੇ, ਹਰੇਕ ਵਰਗ ਦੇ ਵਿੱਚ। ਜੀ। ਕੋਈ ਤੁਸੀਂ ਮਤਲਬ ਕਿ ਮੁੱਦਾ ਲੈ ਕੇ ਬਹਿ ਜਾਓ, ਜੀ, ਚਾਹੇ ਤੁਸੀਂ ਕੋਈ ਡਾਕਟਰੀ ਲਾਈਨ 'ਚ ਆ ਜਾਓ, ਜੀ, ਚਾਹੇ ਤੁਸੀਂ ਕੋਈ ਆਪਣਾ ਪੁਲਿਸ 'ਚ ਆ ਜਾਓ, ਚਾਹੇ ਕਿਸੇ ABC, ਮੇਰੇ ਕਹਿਣ ਦਾ ਭਾਵ ਵੀ ਕਿਸੇ ਮਹਿਕਮੇ 'ਚ ਆ ਜਾਓ, ਜੀ। ਸਭ ਤੋਂ ਵੱਧ ਭਰਤੀ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਨੇ ਕੀਤੀ ਹੈ। ਅਗਲੀ ਗੱਲ, ਹੁਣ ਤੁਹਾਨੂੰ ਮੈਂ ਵਿਜ਼ਨ ਦੀ ਗੱਲ ਦੱਸਦਾ। ਜੀ। ਲੋਕਾਂ ਨੂੰ ਪਾਣੀ ਮੁਹੱਈਆ ਕਰਾ ਕੇ ਦਿੱਤਾ, ਹਰ ਪਿੰਡ ਦੇ ਵਿੱਚ ਆਰਓ ਲਵਾ ਕੇ ਦਿੱਤੇ। ਜੀ। ਇਹ ਕਿਹਦਾ ਵਿਜ਼ਨ ਸੀ ਜੀ? ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਦਾ। ਵੀ ਸਾਡੇ ਪਰਿਵਾਰ ਆ ਇਹ ਸਾਰਾ ਆਪਣਾ ਸਾਡਾ ਪੰਜਾਬ, ਘੱਟੋ ਘੱਟ ਪਾਣੀ ਇਹਨਾਂ ਨੂੰ ਜ਼ਰੂਰ ਅਸੀਂ ਵਧੀਆ ਦਈਏ। ਜਿਹੜੇ ਅੱਜ ਆਰਓ ਸਾਰੇ ਇਹਨਾਂ ਨੇ ਆਪਣੇ ਗਵਰਨਮੈਂਟ ਨੇ ਬੰਦ ਕਰਤੇ। ਜੀ। ਅਗਲਾ ਵਿਜ਼ਨ, ਹੁਣ ਤੁਹਾਨੂੰ ਮੈਂ ਵਿਜ਼ਨ ਦੀ ਗੱਲ ਦੱਸਦਾ। ਸੁਵਿਧਾ ਸੈਂਟਰ ਪਿੰਡ ਪਿੰਡ ਖੋਲ੍ਹਤੇ ਵੀ ਤਾਂ ਕਿ ਮੇਰੇ ਕਿਸੇ ਕਿਸਾਨ ਨੂੰ ਸ਼ਹਿਰ 'ਚ ਜਾ ਕੇ ਧੱਕੇ ਨਾ ਖਾਣੇ ਪੈਣ, ਉਹ ਆਪਦੇ ਉੱਥੇ ਬੈਠਾ ਹੀ। ਦੇਖੋ ਇਹ ਸਿਸਟਮ ਸਾਰਾ ਇਸ ਕਰਕੇ ਬਣਾਇਆ ਸੀ ਤਾਂ ਕਿ ਇਸ ਗਵਰਨਮੈਂਟ ਦਾ ਸਿਸਟਮ ਟੋਟਲ ਕਰਪਸ਼ਨ ਫ੍ਰੀ ਹੋ ਜੇ। ਜੀ। ਔਰ ਉਹ ਹੋਇਆ ਵੀ ਸੀ ਜਿਹੜੇ ਇਹਨਾਂ ਨੇ ਸੁਵਿਧਾ ਸੈਂਟਰ ਖਾਣ ਪੀਣ ਦੇ ਮਾਮਲੇ 'ਚ ਮੈਂ ਕਹੂੰਗਾ, ਕਿਉਂਕਿ ਅਗਰ ਸੁਵਿਧਾ ਸੈਂਟਰ ਚੱਲਦੇ ਸੀ ਤਾਂ ਇਹ ਸਿਸਟਮ ਸਾਡਾ ਲੋਕਾਂ ਨੂੰ ਅਫਸਰਸ ਕੋਲੇ ਜਾਣ ਦੀ ਲੋੜ ਨਹੀਂ ਸੀ। ਜੀ। ਉੱਥੋਂ ਹੀ ਆਪਦਾ ਸਾਰਾ ਮਸਲਾ ਹੱਲ ਹੋ ਜਾਂਦਾ। ਡੈਂਪੀ ਸਾਹਿਬ, ਮਾਫੀ ਚਾਹੂੰਗਾ, ਤੁਸੀਂ ਗੱਲ ਕਰੀ ਆ ਸੁਵਿਧਾ ਸੈਂਟਰਾਂ ਦੀ, ਤੁਸੀਂ ਗੱਲ ਕਰੀ ਆ ਸੜਕਾਂ ਦੀ, ਤੁਸੀਂ ਗੱਲ ਕਰੀ ਆ ਪਾਣੀਆਂ ਦੀ। ਤਿੰਨੇ ਚੀਜ਼ਾਂ ਦੀ ਲੋੜ ਵਿਰੋਧੀ ਧਿਰ ਨੂੰ ਵੀ ਹੈਗੀ ਆ। ਫਿਰ ਵਿਰੋਧੀ ਧਿਰ ਨੂੰ ਖਾਸ ਕਰਕੇ ਆਮ ਆਦਮੀ ਪਾਰਟੀ ਨੂੰ ਕਿਉਂ ਨਹੀਂ ਦਿੰਦੀ ਇਹ ਵਿਜ਼ਨ, ਜਾਂ ਕਿਉਂ ਨਹੀਂ ਦਿੰਦਾ ਇਹ ਕੰਮ ਕੀਤਾ? ਉਹੀ ਰੋਡ ਤੇ ਸੁਖਬੀਰ ਸਿੰਘ ਬਾਦਲ ਦੀ ਗੱਡੀ ਚੱਲਦੀ ਆ, ਉਹੀ ਰੋਡ ਤੇ ਕੈਪਟਨ ਦੀ ਗੱਡੀ ਚੱਲਦੀ ਆ, ਉਹੀ ਰੋਡ ਤੇ ਭਗਵੰਤ ਸਿੰਘ ਮਾਨ ਦੀ। ਉਹ ਕਿਉਂ ਕਹਿੰਦੇ ਆ ਵੀ ਸੁਖਬੀਰ ਸਿੰਘ ਬਾਦਲ ਕੋਲੇ ਵਿਜ਼ਨ ਨਹੀਂ? ਕੀ ਤੁਸੀਂ ਸੋਚ ਰੱਖਦੇ ਹੋ ਵੀ ਉਹ ਕੀ ਸੋਚ ਰੱਖਦੇ ਆ ਤੁਹਾਡੇ ਬਾਰੇ? ਮੈਨੂੰ ਆਪਦਾ ਤਾਂ ਪਤਾ ਨਹੀਂ ਜੀ, ਨਾ ਮੈਂ ਉਹਨਾਂ ਦੀ ਤਸੱਲੀ ਕਰਾ ਸਕਦਾ ਜੀ। ਤੁਸੀਂ ਮੈਨੂੰ ਦੱਸ ਦਿਓ ਵੀ ਉਹਨਾਂ ਦਾ ਕੀ ਵਿਜ਼ਨ ਆ। ਤੁਸੀਂ ਆਪਦੇ ਮੀਡੀਅਮ ਰਾਹੀਂ ਕੈਪਟਨ ਸਾਹਿਬ ਨੂੰ ਪੁੱਛ ਲਿਓ ਵੀ ਤੁਹਾਡਾ ਕੀ ਵਿਜ਼ਨ ਹੈ, ਦੱਸ ਦਿਓ। 3.5 ਸਾਲ ਹੋ ਗਏ, ਹਜੇ ਤੱਕ ਤਾਂ ਕੋਈ ਵਿਜ਼ਨ ਪੂਰਾ ਨਹੀਂ ਹੋਇਆ। ਉਹਨਾਂ ਨੇ ਨਾ ਹੀ ਦਿਖਾਇਆ ਕੋਈ, ਜਿੰਨੇ ਝੂਠ ਤੂਫਾਨ ਮਾਰੇ ਸੀ। ਬਾਹਲੀ ਗੱਲ ਨਹੀਂ ਮੈਂ ਕਰਦਾ ਜੀ, ਤੁਸੀਂ ਮੈਨੂੰ ਐਂ ਦੱਸ ਦਿਓ ਵੀ ਜੇ ਅਸੀਂ ਕੁਝ ਕਵਾਂਗੇ ਨਾ ਜੀ ਤਾਂ ਤੁਹਾਨੂੰ ਐਂ ਲੱਗਦਾ ਵੀ ਯਾਰ ਇਹ ਤਾਂ ਆਪਦੇ ਮੂੰਹੋਂ ਆਪ ਹੀ ਆਪਣਾ ਮੀਆਂ ਮਿੱਠੂ, ਅਸੀਂ ਕੁਝ ਕਵਾਂਗੇ ਜੀ। ਪਾਰਟੀ ਦੇ ਵਿੱਚ ਹੋ ਕੇ ਉਹਨਾਂ ਦੇ ਬਾਜਵਾ ਸਾਹਿਬ, ਉਹਨਾਂ ਨੇ ਝੰਡ ਖੇਡਤੀ ਸਣੇ ਜਾਖੜ ਸਾਹਿਬ ਦੀ, ਇਹਨਾਂ ਦੇ ਪ੍ਰਧਾਨ ਸਾਹਿਬ ਦੀ, ਵਿੱਚ ਇਹਨਾਂ ਦੇ ਕੈਪਟਨ ਸਾਹਿਬ ਦੀ, ਤੇ ਨਾਲੇ ਚੈਲੰਜ ਕਰਦਾ ਵੀ ਮੈਨੂੰ ਪਾਰਟੀ ਚੋਂ ਕੱਢ ਕੇ ਵਿਖਾਓ। ਤੇ ਇਹਨਾਂ ਦੇ 3.5 ਸਾਲ ਦੇ ਉਹਨਾਂ ਨੇ ਬਾਜਵਾ ਸਾਹਿਬ ਨੂੰ ਮੈਂ ਵਧਾਈ ਦਿੰਨਾ ਇਸ ਗੱਲ ਦੀ ਕਿ ਕੋਈ ਤਾਂ ਕਾਂਗਰਸ ਪਾਰਟੀ ਦੇ ਵਿੱਚ ਮਰਦ ਜੰਮਿਆ
ਜਿਹੜਾ ਸੱਚੀ ਗੱਲ ਨੂੰ ਕਹਿ ਕੇ ਉਹਨਾਂ ਨੇ ਇਹਨਾਂ ਦੀ ਸਾਰਿਆਂ ਦੀ ਮੰਜੀ ਠੋਕੀ ਆ। ਕੁੱਲ ਉਹਨਾਂ ਨੇ ਇਹਨਾਂ ਦੇ ਔਗਣ ਗਣਾਤੇ ਇੱਕ ਇੱਕ ਚੀਜ਼ ਬਾਜਵਾ ਸਾਹਿਬ ਨੇ ਜੀ। ਅੱਜ ਵਧਾਈ ਦੇ ਪਾਤਰ ਆ ਮੈਂ ਉਹਨਾਂ ਨੂੰ ਕੰਗਰੈਟਸ ਕਰਦਾ ਇਸ ਗੱਲ ਤੇ ਜੀ। ਸ਼ਰਾਬ ਦਾ ਨਸ਼ਾ ਔਰ ਦੂਜਾ ਦੂਲੋ ਸਾਹਿਬ ਨੂੰ ਜਿਹੜਾ ਉਹਨਾਂ ਨੇ ਵੀ ਸੱਚੀ ਗੱਲ ਕਹੀ ਆ ਵੀ ਤੁਸੀਂ ਕਹਿੰਦੇ ਖਾ ਕੇ ਯਾਰ ਲੁੱਟ ਕੇ ਤੁਸੀਂ ਲੋਕਾਂ ਨੂੰ ਬਦਨਾਮ ਕਰੀਏ ਨਾ, ਤੁਹਾਡੇ ਪੱਲੇ ਕੀ ਆ? ਇਸ ਕਰਕੇ ਸਾਨੂੰ ਤਾਂ ਕਹਿਣ ਦੀ ਲੋੜ ਹੀ ਨਹੀਂ ਬ੍ਰਦਰ। ਉਹਨਾਂ ਦੀ ਆਪਦੇ ਪਾਰਟੀ ਦੇ ਜਿਹੜੇ ਪਾਰਟੀ ਦੇ ਵਿੱਚ ਰਹਿ ਕੇ ਕਰੀ ਜਾਂਦੇ ਆ। ਤੁਸੀਂ ਸਾਡਾ ਦੱਸ ਦਿਓ ਕੋਈ ਇੱਕ ਸੱਜਣ ਜਿਹੜਾ ਪਾਰਟੀ ਦੇ ਵਿੱਚ ਹੋਵੇ ਸਾਡੀ ਦੇ, ਇੱਕ ਨੇ ਕਿਹਾ ਹੋਵੇ ਵੀ ਭਾਈ ਸਾਨੂੰ ਇਹ ਆ ਸਾਰਾ ਕੁਝ ਦਿਖਦਾ ਨਹੀਂ, ਦੱਸੋ ਮੈਨੂੰ ਕੋਈ ਵੀ ਬੰਦਾ। ਜੀ ਜੀ। ਡੈਂਪੀ ਸਾਹਿਬ, ਹੁਣ ਜਾਂਦੇ ਜਾਂਦੇ ਇੱਕ ਪ੍ਰਸ਼ਨ ਮੈਂ ਜ਼ਰੂਰ ਲੈਣਾ ਚਾਹੂੰਗਾ। ਲੋਕਾਂ ਦਾ ਪ੍ਰਸ਼ਨ ਆ, ਕਦੇ ਡੈਂਪੀ ਢਿੱਲੋਂ ਨੇ ਸੋਚਿਆ ਸੀਗਾ ਵੀ ਮੈਂ ਸਿਆਸਤ ਦੇ ਵਿੱਚ ਆਊਂਗਾ? ਇੱਕ ਬਿਜ਼ਨਸਮੈਨ ਤੋਂ ਸਿਆਸਤ ਦੀ ਚੀਜ਼ ਸੋਚੀ ਸੀ ਵੀ ਮੈਂ ਸਿਆਸਤ ਦੇ ਵਿੱਚ ਆਊਂਗਾ? ਨਾ, ਮੈਨੂੰ ਨਾ ਸਿਆਸਤ ਕਰਨੀ ਆਉਂਦੀ ਸੀ। ਮੈਂ ਸਿੱਧਾ ਸਾਦਾ ਜੱਟ ਬੰਦਾ ਸੀ, ਬਿਜ਼ਨਸਮੈਨ ਬੰਦਾ ਸੀ, ਨਾ ਹੀ ਮੈਨੂੰ ਪਤਾ ਸੀ। ਜੀ। ਮੈਨੂੰ ਸਿਆਸਤ ਦੇ ਵਿੱਚ ਲਿਆਉਣ ਵਾਲੇ ਮੇਰੇ ਸਿਆਸੀ ਗੁਰੂ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਆ ਜੀ। ਪਰੇ ਬਾਜ਼ਾਰ ਮੈਂ ਕਹਿਣਾ, ਉਹ ਮੈਨੂੰ ਲੈ ਕੇ ਆਏ ਆ ਜੀ। ਤੇ ਉਹਨਾਂ ਦੀ ਬਦੌਲਤ ਹੀ ਮੈਂ ਅੱਜ ਸਿਆਸਤ ਦੇ ਵਿੱਚ ਸਟੈਂਡ ਕਰ ਰਿਹਾ ਜੀ। ਤੇ ਜਿੰਨਾ ਚਿਰ ਉਹਨਾਂ ਦਾ ਹੁਕਮ ਰਹੂਗਾ, ਜਿੰਨਾ ਚਿਰ ਉਹਨਾਂ ਦਾ ਹੱਥ ਮੇਰੇ ਸਿਰ ਤੇ ਰਹੂਗਾ, ਉਹਨਾਂ ਚਿਰ ਮੈਂ ਸਿਆਸਤ ਕਰੂੰਗਾ ਜੀ। ਔਰ ਇਮਾਨਦਾਰੀ ਨਾਲ ਕਰੂੰਗਾ। ਤੁਹਾਡੇ ਮਾਧਿਅਮ ਜ਼ਰੀਏ ਮੈਂ ਸਾਰੀ ਦੁਨੀਆ ਨੂੰ ਇਹ ਮੈਸੇਜ ਦੇ ਰਿਹਾ ਵੀ ਜਿੰਨਾ ਚਿਰ ਸਿਆਸਤ ਕਰੂੰਗਾ ਇਮਾਨਦਾਰੀ ਨਾਲ ਕਰੂੰਗਾ। ਕਦੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਨੇ ਜਿਹੜਾ ਮੇਰੇ ਸਿਰ ਤੇ ਹੱਥ ਰੱਖਿਆ ਨਾ, ਉਹਨਾਂ ਦੇ ਹੱਥ ਨੂੰ ਕਦੇ ਗੰਦਾ ਨਹੀਂ ਹੋਣ ਦੇਵਾਂਗਾ। ਤੁਹਾਡੇ ਨਾਲ ਵਾਅਦਾ ਕਰਦਾ ਅੱਜ ਇਸ ਜ਼ਰੀਏ ਦੇ ਵਿੱਚ। ਜੀ। ਢਿੱਲੋਂ ਸਾਹਿਬ, ਇੱਕ ਹੋਰ ਚੀਜ਼ ਹੈ, ਕਾਰਨ ਕੀ ਸੀ ਤੁਹਾਨੂੰ ਸਿਆਸਤ 'ਚ ਲਿਆਉਣ ਦਾ? ਮਿੱਤਰਤਾ ਕਾਰਨ ਸੀ ਕਿ ਤਕੜਾ ਬੰਦਾ ਗਾ? ਕਿਉਂਕਿ ਹਮੇਸ਼ਾ ਇਹ ਲੋਕਾਂ ਦੀ ਆਮ ਇੱਕ ਰਾਏ ਆ, ਜੇ ਪਿੰਡਾਂ ਦੇ ਵਿੱਚ ਜਾਂਦੇ ਆ ਵੀ ਟਿਕਟ ਜਿਹੜੀ ਮਿਲਦੀ ਆ ਉਹ ਹਮੇਸ਼ਾ ਤਕੜੇ ਨੂੰ ਮਿਲਦੀ ਆ, ਅਮੀਰ ਨੂੰ ਮਿਲਦੀ ਆ, ਗਰੀਬ ਤਾਂ ਲੜ ਹੀ ਨਹੀਂ ਸਕਦਾ ਚੋਣਾਂ। ਜਿਹੜੀ ਗੱਲ ਤਕੜੇ ਦੀ ਕਹੀ ਹੈ ਜੀ, ਮੈਂ ਤਾਂ ਕੋਈ ਐਡਾ ਤਕੜਾ ਵੀ ਨਹੀਂ ਸੀ। ਮੈਂ ਤਾਂ ਇੱਕ ਸਧਾਰਨ ਜਿਹਾ ਬੰਦਾ ਜੀ, ਸਿੱਧਾ ਸਾਦਾ ਜੱਟ ਬੰਦਾ ਜੀ। ਜੀ। ਆਪ ਬੱਸਾਂ ਚਲਾਈਆਂ ਜੀ। ਆਪ ਸਾਰਾ ਮਤਲਬ ਹੱਥੀਂ ਕੰਮ ਕੀਤਾ ਜੀ। ਬਿਲਕੁਲ ਗਰਾਊਂਡ ਲੈਵਲ ਤੋਂ ਉੱਪਰ ਉੱਠ ਕੇ ਆਇਆ ਜੀ। ਔਰ ਸਾਰਿਆਂ ਤੋਂ ਉੱਪਰ ਉੱਠ ਕੇ ਮੈਂ ਤਾਂ ਇਹ ਗੱਲ ਕਹੂੰਗਾ ਕਿ ਇਹ ਸਾਰੀਆਂ ਗੱਲਾਂ ਤੋਂ ਉੱਪਰ ਉੱਠ ਕੇ ਜੋ ਮੈਨੂੰ ਆਪਦੇ ਆਪ ਨੂੰ ਲੱਗਦਾ, ਸਾਡੇ ਪਰਿਵਾਰ ਨੂੰ ਇਹ ਲੱਗਦਾ ਜੀ ਕਿ ਸਾਡੀ ਜੋ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਤੀ ਸਾਡੀ ਵਫਾਦਾਰੀ ਆ ਜੀ, ਜੋ ਅਸੀਂ ਨਾਲ ਖੜੇ ਆ ਜੀ। ਔਖੇ ਸੌਖੇ ਟਾਈਮ ਦੇ ਵਿੱਚ ਕਦੇ ਸ਼੍ਰੋਮਣੀ ਅਕਾਲੀ ਦਲ ਦੀ ਬਾਹ ਨਹੀਂ ਛੱਡੀ ਜੀ। ਜਮਾਂ ਐਨ ਜਿੰਨਾ ਔਖਾ ਟਾਈਮ ਆਉਂਦਾ ਉਨੇ ਅਸੀਂ ਕਰੜੇ ਹੋ ਕੇ ਨਾਲ ਖੜਦੇ ਆ ਜੀ। ਸਾਡੀ ਅੱਜ ਉਸ ਵਫਾਦਾਰੀ ਨਾਲੋਂ, ਸਾਡੀ ਉਸ ਇਮਾਨਦਾਰੀ ਨਾਲੋਂ, ਉਹਦੇ ਕਰਕੇ ਸਾਨੂੰ ਇਹ ਮਾਣ ਪ੍ਰਾਪਤ ਹੋਇਆ ਜਿੱਥੋਂ ਤੱਕ ਮੇਰਾ ਖਿਆਲ। ਜੀ। ਡੈਂਪੀ ਸਾਹਿਬ, ਅੱਜ ਤੁਸੀਂ ਆਪਣੇ ਕੀਮਤੀ ਸਮੇਂ 'ਚੋਂ ਸਾਨੂੰ ਸਮਾਂ ਦਿੱਤਾ, ਤੁਹਾਡਾ ਧੰਨਵਾਦ। ਬਹੁਤ ਬਹੁਤ ਧੰਨਵਾਦ ਜੀ। ਸੋ ਦੋਸਤੋ, ਇਹ ਸੀ ਸ਼੍ਰੋਮਣੀ ਅਕਾਲੀ ਦਲ ਗਿੱਦੜਬਾਹਾ ਤੋਂ ਹਲਕਾ ਇੰਚਾਰਜ ਡੈਂਪੀ ਢਿੱਲੋਂ ਜੀ। ਅੱਗੇ ਵੀ ਅਸੀਂ ਲੀਡਰ ਸਾਹਿਬਾਨਾਂ ਦੀਆਂ, ਰਾਜਨੀਤਿਕ ਆਗੂਆਂ ਦੀਆਂ ਮੁਲਾਕਾਤਾਂ ਲੈ ਕੇ ਤੁਹਾਡੇ ਸਨਮੁਖ ਹੁੰਦੇ ਰਹਾਂਗੇ। ਹੁਣ ਆਪਣੇ ਦੋਸਤ ਰਤਨਦੀਪ ਸਿੰਘ ਧਾਲੀਵਾਲ ਨੂੰ ਦਿਓ ਇਜਾਜ਼ਤ। ਦੇਖਦੇ ਰਹੋ RMB ਟੈਲੀਵਿਜ਼ਨ। ਸਤਿ ਸ਼੍ਰੀ ਅਕਾਲ।